ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਘਾਉ ਖੇਤ ਜੋ ਮਾਂਡਿਓ ਸੂਰਮਾ ਆਬ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾਡੈ ਖੇਤ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗਿਆਨ ਦੇ ਭੰਡਾਰ ਗੁਰਬਾਣੀ ਦੇ ਸਾਗਰ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਗੁਰਤਾ ਗੱਦੀ ਤੇ ਬਿਰਾਜਮਾਨ ਰਹਿਮਤਾਂ ਦੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਰਹੇ ਹਾਂ। ਆਓ ਉਹਨਾਂ ਮਹਾਨ ਸ਼ਹੀਦ ਜਰਨੈਲ ਯੋਧਿਆਂ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਜੀਵਨ ਦੇ ਵਿੱਚ ਕੁਝ ਸਿੱਖਿਆ ਨੂੰ ਗ੍ਰਹਿਣ ਕਰਨ ਦਾ ਯਤਨ ਕਰਨਾ ਹੈ, ਕਿਉਂਕਿ ਜੋ ਇਤਿਹਾਸ ਹੈ, ਇਤਿਹਾਸ ਨੇ ਹਰ ਸਾਲ ਉਹੀ ਰਹਿਣਾ ਹੁੰਦਾ ਹੈ। ਇਤਿਹਾਸ ਕਦੇ ਬਦਲਦਾ ਨਹੀਂ। ਇਤਿਹਾਸ ਨੂੰ ਸੁਣ ਕੇ, ਇਤਿਹਾਸ ਨੂੰ ਪੜ੍ਹ ਕੇ ਮਨੁੱਖ ਨੇ ਆਪਣੇ ਆਪ ਨੂੰ ਬਦਲਣ ਦਾ ਉਪਰਾਲਾ ਕਰਨਾ ਹੁੰਦਾ ਹੈ। ਸੋ ਆਓ, ਜਿੰਨਾ ਕੁ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਦੇ ਲਈ ਪ੍ਰਾਪਤ ਹੋਇਆ ਹੈ, ਪਾਵਨ ਇਤਿਹਾਸ ਤੋਂ ਆਪਣੇ ਜੀਵਨ ਦੇ ਵਿੱਚ ਜੇਕਰ ਕੁਝ ਸਿੱਖਿਆ ਨੂੰ ਢਾਲ ਸਕਦੇ ਹੋਈਏ, ਸਿੱਖਿਆ ਨੂੰ ਗ੍ਰਹਿਣ ਕਰ ਸਕਦੇ ਹੋਈਏ, ਤਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜੀ, ਪਿਛਲੇ ਸਾਲ ਅਸੀਂ ਆਪ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸੀ, ਆਪ ਜੀ ਦੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਤੇ ਸਾਡੇ ਅੰਦਰ ਆਹ ਤਬਦੀਲੀ ਆ ਗਈ। ਇਹ ਸਾਲ ਅਸੀਂ ਯਾਦ ਕੀਤਾ, ਅਸੀਂ ਆਹ ਅਵਗੁਣ ਛੱਡਣ ਲਈ ਤਿਆਰ ਹਾਂ। ਆਉਂਦੇ ਸਾਲ ਆਪ ਜੀ ਦੇ ਸਾਹਿਬਜ਼ਾਦਿਆਂ ਦਾ ਫਿਰ ਅਸੀਂ
ਇਤਿਹਾਸ ਪੜ੍ਹਾਂਗੇ, ਸੁਣਾਂਗੇ, ਔਗਣ ਛੱਡਾਂਗੇ। ਸੋ ਆਓ, ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਹੈ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਦੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੜੇ ਅਦਬ ਸਤਿਕਾਰ ਸਹਿਤ ਮਨੋ ਬਿਰਤੀਆਂ ਇਕਾਗਰ ਕਰੀਏ। ਅਸੀਸਾਂ ਬਖਸ਼ੋ, ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹਰ ਸਾਲ ਇਹ ਵਿਚਾਰ ਲੈਂਦੇ ਹਾਂ ਕਿ ਇਸ ਮਹੀਨੇ ਦੇ ਦੌਰਾਨ 6 ਪੋਹ ਤੋਂ ਲੈ ਕੇ 13 ਪੋਹ ਤੱਕ ਦੀਆਂ ਜਿੰਨੀਆਂ ਸ਼ਹਾਦਤਾਂ ਨੇ ਇਹ ਕਿਸ ਤਰੀਕੇ ਨਾਲ ਹੋਈਆਂ। ਵੱਡੇ ਸਾਹਿਬਜ਼ਾਦੇ ਕਿਸ ਤਰ੍ਹਾਂ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦਿਆਂ ਤੇ ਜ਼ਾਲਮ ਨੇ ਕਿੰਨਾ ਜ਼ੁਲਮ ਕਰਕੇ ਸ਼ਹੀਦ ਕੀਤਾ। ਪਰ ਇੱਕ ਗੱਲ ਅਸੀਂ ਵਿਚਾਰਨ ਦਾ ਯਤਨ ਨਹੀਂ ਕਰਦੇ ਕਿ ਇਹ ਜਿੰਨੀਆਂ ਸ਼ਹੀਦੀਆਂ ਹੋਈਆਂ, ਇਹ ਸ਼ਹੀਦੀਆਂ ਹੋਣ ਦਾ ਕਾਰਨ ਕੀ ਰਿਹਾ ਹੈ। ਉਹ ਕਿਹੜੇ ਕਾਰਨ ਨੇ ਜਿਨ੍ਹਾਂ ਦੇ ਕਾਰਨ ਇਹ ਸ਼ਹੀਦੀਆਂ ਹੁੰਦੀਆਂ ਨੇ। ਜਿਹੜਾ ਜ਼ਾਲਮ ਹੈ ਉਹਨੇ ਇੰਨਾ ਜ਼ੁਲਮ ਕੀਤਾ। ਪ੍ਰੋਫੈਸਰ ਪੂਰਨ ਸਿੰਘ ਜੀ ਆਪਣੀ ਇੱਕ ਪੁਸਤਕ ਵਿੱਚ ਜ਼ਿਕਰ ਕਰਦੇ ਹੋਏ ਦੱਸਦੇ ਨੇ, ਕਹਿੰਦੇ ਮੈਂ ਅਕਸਰ ਹੀ ਜਦੋਂ ਗੁਰੂ ਘਰ ਜਾਣਾ ਤੇ ਮੇਰੇ ਕੰਨਾਂ ਵਿੱਚ ਕੁਝ ਲਫ਼ਜ਼ ਪੈਣੇ, ਗੁਰਬਾਣੀ ਦੀਆਂ ਕੁਝ ਪੰਕਤੀਆਂ ਪੈਣੀਆਂ ਕਿ ਰਾਜੇ ਸਿਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਜਾਂ ਮੈਂ ਗੁਰਬਾਣੀ ਦੀਆਂ ਪੰਕਤੀਆਂ ਸੁਣਦਾ ਸਾਂ, ਰਾਜੇ ਪਾਪ ਕਮਾਮਦੇ ਉਲਟੀ ਵਾੜ ਖੇਤ ਕਉ ਖਾਈ। ਤੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਣਾ, ਮਨ ਦੇ ਵਿੱਚ ਇਹ ਖਿਆਲ ਆ ਜਾਣਾ ਕਿ ਜਿਹੜੀ ਗੁਰਬਾਣੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਉਹ ਗੁਰੂ ਨਾਨਕ ਦੇਵ ਦਾ ਘਰ, ਜਿੱਥੇ ਹਰ ਅਮੀਰ ਗਰੀਬ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਹੈ, ਤੇ ਇਹ ਗੁਰੂ ਨਾਨਕ ਦੇਵ ਦਾ ਘਰ ਰਾਜੇ ਦੇ ਲਈ ਪਾਪੀ ਲਫ਼ਜ਼ ਵਰਤਦਾ ਹੈ, ਰਾਜੇ ਦੇ ਲਈ ਕੁੱਤਾ ਲਫ਼ਜ਼ ਵਰਤਦਾ ਹੈ। ਪ੍ਰੋਫੈਸਰ ਪੂਰਨ ਜੀ ਕਹਿੰਦੇ ਨੇ ਕਿ ਜਦੋਂ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਰਾਜਿਆਂ ਦਾ ਜੀਵਨ ਪੜ੍ਹਨ ਦਾ ਸਮਾਂ ਮਿਲਿਆ ਤੇ ਫਿਰ ਮੈਨੂੰ ਪਤਾ ਲੱਗਾ ਕਿ ਇਹ ਜਿੰਨੇ ਰਾਜੇ ਹੁੰਦੇ ਨੇ ਉਹਨਾਂ ਵਿੱਚੋਂ ਬਹੁਤੇ ਰਾਜੇ ਉਹ ਨੇ ਜਿਹੜੇ ਜਿਨ੍ਹਾਂ ਕੋਲ ਪਾਵਰ ਆ ਜਾਵੇ ਤੇ ਪਾਵਰ ਦੇ ਨਸ਼ੇ ਵਿੱਚ ਅੰਨੇ ਹੋ ਜਾਂਦੇ ਨੇ, ਪਾਪ ਦੇ ਰਸਤੇ ਤੇ ਤੁਰ ਪੈਂਦੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਮੇਂ, ਉਹਨਾਂ ਤੋਂ ਪਹਿਲਾਂ ਦੇ ਸਮੇਂ ਵੀ ਇਸ ਪੰਜਾਬ, ਇਸ ਹਿੰਦੁਸਤਾਨ ਦੀ ਧਰਤੀ ਤੇ ਜਿੰਨੇ ਹਮਲਾਵਰ ਆਏ, ਕਿਸੇ ਨੇ ਵੀ ਉਹਨਾਂ ਹਮਲਾਵਰਾਂ ਨੂੰ, ਉਹਨਾਂ ਰਾਜਿਆਂ ਨੂੰ ਰੋਕਣ ਦਾ ਯਤਨ ਨਾ ਕੀਤਾ। ਜੇਕਰ ਰੋਕਣ ਦਾ ਯਤਨ ਕੀਤਾ, ਕੇਵਲ ਤੇ ਕੇਵਲ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਨੂੰ ਇਹ ਗੱਲ ਆਖ ਦਿੱਤੀ ਸੀ ਕਿ ਐ ਬਾਬਰ, ਤੂੰ ਹਿੰਦੁਸਤਾਨ ਦੀ ਧਰਤੀ ਤੇ ਇਹ ਜਿੰਨੀ ਪਾਪ ਦੀ ਜੰਜ ਲੈ ਕੇ ਆਇਆ ਹੈ, ਤੂੰ ਪਾਪ ਦੀ ਜੰਜ ਦਾ ਲਾੜਾ ਬਣ ਕੇ ਆਇਆ ਹੈ। ਇੱਥੋਂ ਹੀ ਦੋ ਰਸਤੇ ਚੱਲ ਪੈਂਦੇ ਨੇ, ਇੱਕ ਸਚਿਆਰ ਦਾ ਰਸਤਾ ਤੇ ਇੱਕ ਕੂੜਿਆਰ ਦਾ ਰਸਤਾ। ਇੱਕ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਾਬੇ ਕੇ, ਦੂਜੇ ਪਾਸੇ ਬਾਬਰ ਕੇ, ਦਿੱਲੀ ਦੇ ਤਖਤੇ ਤੇ ਬੈਠਣ ਵਾਲੇ। ਇੱਥੋਂ ਦੋਨੋਂ ਰਸਤੇ ਅਲੱਗ-ਅਲੱਗ ਚੱਲ ਪੈਂਦੇ ਨੇ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਵੀ ਕਰਦੇ ਨੇ ਕਿ ਨਾਨਕ ਨਿਰਮਲ ਪੰਥ ਚਲਾਇਆ। ਇਹ ਦੋਨੇ ਸਚਿਆਰ ਅਤੇ ਕੂੜਿਆਰ ਦਾ ਰਸਤਾ ਚੱਲਦਿਆਂ ਚੱਲਦਿਆਂ ਅਗਾਂਹ ਜਾ ਕੇ ਜਦੋਂ ਟਕਰਾਏ,
ਰਸਤੇ ਜਦੋਂ ਇੱਕ ਦੂਜੇ ਨਾਲ ਟਕਰਾਏ ਤੇ ਇਸ ਟਕਰਾਅ ਦੇ ਵਿੱਚੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨਿਕਲੀ। ਜਦੋਂ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਇਹ ਗੱਲ, ਇਹ ਵਿਚਾਰ ਹੋਈ ਕਿ ਇਹ ਧਰਮ ਦਾ ਰਸਤਾ ਹੈ, ਇਹ ਸਚਿਆਰ ਦਾ ਰਸਤਾ ਹੈ, ਪਰ ਜਿਹੜਾ ਪਾਪੀ ਰਾਜਾ ਹੈ ਇਹ ਸ਼ਾਂਤੀ ਦੇ ਨਾਲ ਵੀ ਧਰਮ ਦੀ ਗੱਲ ਨਹੀਂ ਕਰਨ ਦਿੰਦਾ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਬਖਸ਼ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਬਣਾ ਦਿੱਤਾ ਤੇ ਪਾਪੀ ਰਾਜੇ ਨੂੰ ਇਹ ਦੱਸ ਦਿੱਤਾ ਕਿ ਐ ਜ਼ਾਲਮ, ਜੇਕਰ ਤੂੰ ਧਰਮ ਦੀ ਗੱਲ ਸ਼ਾਂਤੀ ਨਾਲ ਨਹੀਂ ਕਰਨ ਦੇਵੇਂਗਾ ਤੇ ਧਰਮ ਦੀ ਰਾਖੀ ਦੇ ਲਈ ਸਾਡੇ ਕੋਲ ਸ਼ਸਤਰ ਵੀ ਨੇ। ਕਈ ਵਾਰ ਅੱਜ ਦੇ ਸਮੇਂ ਅੰਦਰ ਕਈ ਵੀਰ ਸਵਾਲ ਕਰਦੇ ਨੇ ਕਿ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਿਆਨ ਦੇ ਰਹੇ ਨੇ ਜਾਂ ਜਿਸ ਤਰੀਕੇ ਦੇ ਨਾਲ ਉਹ ਵਿਚਰ ਰਹੇ ਨੇ, ਕਿਤੇ ਨੌਜਵਾਨੀ ਦਾ ਨੁਕਸਾਨ ਨਾ ਹੋ ਜਾਵੇ। ਉਹ ਸ਼ਸਤਰ ਦੀ ਗੱਲ ਕਰਦੇ ਨੇ, ਉਹ ਹਥਿਆਰ ਦੀ ਗੱਲ ਕਰਦੇ ਨੇ, ਪਰ ਭਾਗਾਂ ਵਾਲਿਓ ਜੇਕਰ ਆਪਾਂ ਵੇਖੀਏ ਨੌਜਵਾਨੀ ਦਾ ਪਹਿਲਾਂ ਹੀ ਬੜਾ ਨੁਕਸਾਨ ਹੋ ਰਿਹਾ ਹੈ। ਕਿੰਨੇ ਨੌਜਵਾਨ ਨੇ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਤੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜ ਕੇ ਜੇਕਰ ਕੋਈ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਗੁਰੂ ਦੇ ਨਾਲ ਜੁੜ ਜਾਵੇ ਤੇ ਉਹਦੀ ਸ਼ਹਾਦਤ ਹੋ ਜਾਵੇ, ਧਰਮ ਦੇ ਲਈ ਉਹ ਆਪਣੇ ਆਪ ਨੂੰ ਕੁਰਬਾਨ ਕਰ ਦਵੇ ਤੇ ਸ਼ਹੀਦਾਂ ਸਿੰਘਾਂ ਨੂੰ ਫਿਰ ਆਪਾਂ ਯਾਦ ਕਰਦੇ ਆ ਨਾ, ਉਹ ਮਰਦਾ ਨਹੀਂ। ਨੁਕਸਾਨ ਇਹ ਹੈ ਕਿ ਜਿਹੜੀ ਨੌਜਵਾਨੀ ਹੈ ਉਹ ਨਸ਼ਿਆਂ ਵਿੱਚ ਗੁਲਤਾਨ ਹੋ ਰਹੀ ਹੈ। ਨੁਕਸਾਨ ਇਹ ਨਹੀਂ ਕਿ ਉਹ ਅੰਮ੍ਰਿਤ ਛਕ ਰਹੇ ਨੇ। ਖੈਰ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਇਹ ਸਿਧਾਂਤ ਬਖਸ਼ਿਆ ਤੇ ਜ਼ਾਲਮ ਨੂੰ ਦੱਸ ਦਿੱਤਾ, ਜੇ ਧਰਮ ਦੀ ਗੱਲ ਕਰਨ ਦੇ ਲਈ ਸਾਨੂੰ ਤੂੰ ਰੋਕਣ ਦਾ ਯਤਨ ਕਰੇਗਾ ਤੇ ਧਰਮ ਦੀ ਰਾਖੀ ਦੇ ਲਈ ਤੈਨੂੰ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਟੱਕਰੇਗਾ। ਹੌਲੀ ਹੌਲੀ ਸਮਾਂ ਆਪਣੀ ਚਾਲ ਚੱਲਦਾ ਗਿਆ। ਜਿਹੜੇ ਇਹ ਰਾਜੇ ਸਨ ਨਾ, ਇਹਨਾਂ ਦੇ ਪ੍ਰਤੀ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ, ਬਜ਼ੁਰਗ ਮਾਤਾਵਾਂ ਕਹਾਣੀਆਂ ਸੁਣਾਉਂਦੀਆਂ ਸਨ। ਉਹਦੇ ਪਿੱਛੇ ਕਾਰਨ ਸੀ ਕਿ ਰਾਜੇ ਦੇ ਜਿੰਨੇ ਮਾੜੇ ਕੰਮ ਹੁੰਦੇ ਸਨ ਉਹ ਦਬਾ ਲਏ ਜਾਂਦੇ ਸਨ, ਚੰਗੇ ਕੰਮਾਂ ਦਾ ਇਸ ਤਰੀਕੇ ਦੇ ਨਾਲ ਅਗਾਂਹ ਪ੍ਰਚਾਰ ਕੀਤਾ ਜਾਂਦਾ ਸੀ। ਰਾਜੇ ਨੂੰ ਰੱਬ ਦਾ ਦੂਤ ਸਮਝਿਆ ਜਾਂਦਾ ਸੀ, ਪਰਮੇਸ਼ਰ ਦਾ ਭੇਜਿਆ ਹੋਇਆ ਵਿਸ਼ੇਸ਼ ਵਿਅਕਤੀ ਸਮਝਿਆ ਜਾਂਦਾ ਸੀ ਤੇ ਰਾਜਾ ਜੋ ਕੁਝ ਕਰਦਾ ਸੀ ਨਾ, ਬੰਦਾ ਸਮਝਦਾ ਸੀ ਕਿ ਰੱਬ ਦਾ ਹੁਕਮ ਹੈ, ਇਹ ਰਾਜੇ ਨੇ ਤਾਂ ਸਭ ਕੁਝ ਕੀਤਾ। ਇਸ ਦਿੱਲੀ ਦੇ ਤਖਤੇ ਤੇ ਔਰੰਗਜ਼ੇਬ ਬੈਠਾ। ਔਰੰਗਜ਼ੇਬ ਉਹ ਵਿਅਕਤੀ ਸੀ ਜਿਸ ਦੇ ਪ੍ਰਤੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਨੇ ਜ਼ਿਕਰ ਕੀਤਾ ਕਿ ਇਸ ਮਨੁੱਖ ਦੀ ਜਿਹੜੀ ਬਿਰਤੀ ਸੀ ਨਾ, ਬਹੁਤ ਭੈੜੀ ਬਿਰਤੀ ਸੀ। ਪ੍ਰੋਫੈਸਰ ਪਿਆਰਾ ਸਿੰਘ ਪਦਮ ਜ਼ਿਕਰ ਕਰਦੇ ਹੋਏ ਦੱਸਦੇ ਨੇ, ਇੱਕ ਵਾਰ ਔਰੰਗਜ਼ੇਬ ਦਾ ਸਮੁੱਚਾ ਪਰਿਵਾਰ ਨਮਾਜ਼ ਅਦਾ ਕਰਨ ਲਈ ਬਾਹਰ ਕਿਸੇ ਮਸਜਿਦ ਵਿੱਚ ਚਲਾ ਗਿਆ। ਜਦੋਂ ਸਾਰਾ ਪਰਿਵਾਰ ਮਸਜਿਦ ਦੇ ਅੰਦਰ ਬੈਠ ਕੇ ਨਮਾਜ਼ ਅਦਾ ਕਰ ਰਿਹਾ ਹੈ, ਔਰੰਗਜ਼ੇਬ ਬਚਪਨ ਦੀ ਅਵਸਥਾ ਵਿੱਚ ਹੈ ਤੇ ਇਹ ਮਸਜਿਦ ਤੋਂ ਬਾਹਰ ਖਲੋਤਾ ਹੈ। ਜਦੋਂ ਪਰਿਵਾਰ ਨੇ ਨਮਾਜ਼ ਅਦਾ ਕੀਤੀ, ਸਭ ਕੁਝ ਕਰਕੇ, ਇਹਦੇ ਪਿਤਾ ਜਿਸ ਦਾ ਨਾਮ ਸ਼ਾਹਜਹਾਂ ਸੀ, ਉਹਨੇ ਜਾ ਕੇ ਔਰੰਗਜ਼ੇਬ ਨੂੰ ਪੁੱਛਿਆ ਕਿ ਅਸੀਂ ਤਾਂ ਅੰਦਰ ਨਮਾਜ਼ ਅਦਾ ਕਰਦੇ ਪਏ ਹਾਂ, ਤੂੰ ਬਾਹਰ ਕਿਉਂ ਖਲੋਤਾ ਹੈ? ਔਰੰਗਜ਼ੇਬ ਜਾ ਕੇ ਕਹਿਣ ਲੱਗਾ, ਜੇਕਰ ਆਪਾਂ ਸਾਰੇ ਅੰਦਰ ਨਮਾਜ਼ ਅਦਾ ਕਰ ਰਹੇ ਹੋਈਏ, ਮਸਜਿਦ ਦੀ ਛੱਤ ਡਿੱਗ ਪਵੇ ਤੇ ਆਪਾਂ ਸਾਰੇ ਹੀ ਮਰ ਜਾਂਦੇ। ਮੈਂ ਬਾਹਰ ਤਾਂ ਰੁਕ ਗਿਆ ਸਾਂ, ਜੇਕਰ ਛੱਤ ਡਿੱਗ ਗਈ, ਤੁਸੀਂ ਮਰ ਗਏ ਤੇ ਪਿੱਛੇ ਰਾਜ ਕਰਨ ਵਾਲਾ ਵੀ ਤੇ ਚਾਹੀਦਾ ਹੈ ਨਾ। ਬਚਪਨ ਦੀ ਅਵਸਥਾ
ਤੇ ਸੋਚ ਇਸ ਮਨੁੱਖ ਦੀ ਐਸੀ ਸੀ। ਇਹ ਔਰੰਗਜ਼ੇਬ ਜਿਹਨੇ ਆਪਣੇ ਪਿਤਾ ਨੂੰ ਕੈਦਖਾਨੇ ਵਿੱਚ ਰੱਖਿਆ, ਆਪਣੇ ਭਰਾਵਾਂ ਦੇ ਕਤਲ ਕੀਤੇ, ਆਪਣੀ ਭੈਣ ਨੂੰ ਵੀ ਇਹਨੇ ਕੈਦਖਾਨੇ ਵਿੱਚ ਰੱਖਿਆ ਜਿਹੜੀ ਇਹਦੀ ਸਭ ਤੋਂ ਵੱਧ ਸਹਿਯੋਗ ਦਿੰਦੀ ਸੀ। ਇਹ ਔਰੰਗਜ਼ੇਬ ਇੱਕ ਵਾਰ ਪ੍ਰੋਫੈਸਰ ਪਿਆਰਾ ਸਿੰਘ ਪਦਮ ਜ਼ਿਕਰ ਕਰਦੇ ਨੇ, ਕਹਿੰਦੇ ਆਪਣੇ ਪਿਤਾ ਨੂੰ ਜਦੋਂ ਇਹਨੇ ਕੈਦਖਾਨੇ ਵਿੱਚ ਰੱਖਿਆ ਤੇ ਇਹ ਆਪਣੇ ਪਿਤਾ ਕੋਲ ਗਿਆ, ਉਹਨੂੰ ਜਾ ਕੇ ਕਹਿਣ ਲੱਗਾ, ਐ ਬਾ ਬੜਾ ਲੰਮਾ ਸਮਾਂ ਹੋ ਗਿਆ ਤੂੰ ਇਸ ਕੈਦਖਾਨੇ ਵਿੱਚ ਕੈਦਖਾਨੇ ਦੀਆਂ ਰੋਟੀਆਂ ਖਾ ਰਿਹਾ ਹੈ, ਅੱਜ ਮੇਰੀ ਇੱਛਾ ਹੈ ਮੈਂ ਤੈਨੂੰ ਸ਼ਾਹੀ ਪਕਵਾਨ ਛਕਾ ਦੇਵਾਂ, ਕਿਉਂਕਿ ਤੂੰ ਵੀ ਰਾਜਾ ਰਿਹਾ ਹੈ। ਰਾਜਿਆਂ ਦਾ ਜਿਹੜਾ ਖਾਣ ਪੀਣ ਦਾ ਜਿਹੜਾ ਸੰਬੰਧ ਹੈ, ਜਿਹੜਾ ਪ੍ਰਬੰਧ ਹੈ, ਤੇ ਇੱਥੋਂ ਦੀਆਂ ਕੈਦਖਾਨੇ ਦੀਆਂ ਰੋਟੀਆਂ ਦਾ ਜਿਹੜਾ ਪ੍ਰਬੰਧ ਹੈ, ਬੜਾ ਫਰਕ ਹੈ। ਸ਼ਾਹਜਹਾਂ ਕਹਿਣ ਲੱਗਾ, ਐ ਪੁੱਤਰ ਮੈਨੂੰ ਤੇਰੇ ਤੇ ਮਾਣ ਹੈ, ਆਖਰ ਤਾਂ ਤੂੰ ਮੇਰਾ ਪੁੱਤਰ ਹੈ ਨਾ। ਨਾਲੇ ਸ਼ਾਹਜਹਾਂ ਰੋ ਰਿਹਾ ਹੈ। ਅਖੀਰ ਜਦੋਂ ਕਹਿਣ ਲੱਗਾ ਕਿ ਅੱਜ ਸ਼ਾਮ ਨੂੰ ਤੁਹਾਡੇ ਲਈ ਸ਼ਾਹੀ ਪਕਵਾਨ ਦਾ ਪ੍ਰਬੰਧ ਕੀਤਾ ਜਾਵੇਗਾ, ਸ਼ਾਮ ਦਾ ਜਦੋਂ ਸਮਾਂ ਹੋਇਆ, ਇੱਕ ਸਿਪਾਹੀ ਬੜੇ ਸੋਹਣੇ ਕੱਪੜੇ ਦੇ ਵਿੱਚ ਇੱਕ ਬਰਤਨ ਨੂੰ ਢੱਕ ਕੇ ਲਿਆ ਰਿਹਾ ਹੈ। ਸ਼ਾਹਜਹਾਂ ਧਰਤੀ ਤੇ ਬੈਠਾ ਪ੍ਰਸ਼ਾਦਾ ਛਕਣ ਲਈ, ਸ਼ਾਹੀ ਪਕਵਾਨ ਛਕਣ ਲਈ ਤਿਆਰ ਹੈ। ਜਦੋਂ ਸਾਹਮਣੇ ਬਰਤਨ ਰੱਖ ਕੇ ਉਸ ਬਰਤਨ ਤੋਂ ਕੱਪੜਾ ਉਤਾਰਿਆ ਤੇ ਔਰੰਗਜ਼ੇਬ ਨੇ ਉਸ ਸ਼ਾਹੀ ਪਕਵਾਨ ਦੇ ਵਿੱਚ ਆਪਣੇ ਭਰਾ ਦਾ ਸਿਰ ਵੱਢ ਕੇ ਭੇਜਿਆ ਹੋਇਆ ਸੀ, ਆਪਣੇ ਬਾਪ ਨੂੰ। ਇੰਨੀ ਕਠੋਰ ਬਿਰਤੀ ਦਾ ਮਨੁੱਖ ਸੀ ਇਹ ਔਰੰਗਜ਼ੇਬ। ਇਸ ਔਰੰਗਜ਼ੇਬ ਨੇ ਜਿੰਨੇ ਜ਼ੁਲਮ ਕੀਤੇ ਆਪਣੇ ਭੈਣਾਂ ਤੇ, ਭਰਾਵਾਂ ਤੇ, ਉਮਤ ਤੇ, ਇਹਦੇ ਮਨ ਦੇ ਵਿੱਚ ਵਿਚਾਰ ਆ ਗਈ ਕਿ ਸਾਰੇ ਲੋਕ ਹੁਣ ਮੇਰਾ ਵਿਰੋਧ ਕਰਨਗੇ ਤੇ ਮੈਂ ਕੋਈ ਇਸ ਤਰ੍ਹਾਂ ਦਾ ਕੰਮ ਕਰਾਂ ਕਿ ਸਾਰੇ ਲੋਕ ਮੇਰੇ ਪੱਖ ਵਿੱਚ ਖਲੋ ਜਾਣ। ਤੇ ਇਹਦੇ ਮਨ ਵਿੱਚ ਇਹ ਵਿਚਾਰ ਆਈ ਕਿ ਮੈਂ ਇਹਨਾਂ ਜਿਹੜੀ ਉਮਤ ਇਸਲਾਮ ਤੋਂ ਬਾਹਰ ਹੈ, ਮੈਂ ਉਹਨਾਂ ਨੂੰ ਮੁਸਲਮਾਨ ਬਣਾ ਦੇਵਾਂ। ਜੇਕਰ ਇਸਲਾਮ ਤੋਂ ਬਾਹਰ ਵਾਲੇ ਮੁਸਲਮਾਨ ਬਣ ਗਏ ਨਾ, ਜਿੰਨੇ ਮੁਸਲਮਾਨ ਨੇ, ਜਿੰਨੇ ਇਸਲਾਮ ਵਾਲੇ ਨੇ, ਉਹ ਸਾਰੇ ਮੈਨੂੰ ਸਹਿਯੋਗ ਦੇਣਗੇ ਤੇ ਇਹ ਮੇਰੇ ਕੀਤੇ ਹੋਏ ਜ਼ੁਲਮਾਂ ਤੇ ਪਰਦਾ ਪੈ ਜਾਵੇਗਾ, ਮੇਰੇ ਕੀਤੇ ਹੋਏ ਜ਼ੁਲਮ ਢਕੇ ਜਾਣਗੇ। ਇਹ ਗੱਲ ਨੂੰ ਮੁੱਖ ਰੱਖ ਕੇ ਇਹ ਔਰੰਗਜ਼ੇਬ ਨੇ ਕਸ਼ਮੀਰ ਤੋਂ ਕੰਮ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਮੁਸਲਮਾਨ ਬਣਾਉਣ ਦੇ ਲਈ। ਕਸ਼ਮੀਰ ਦੇ ਜਿਹੜੇ ਪੰਡਿਤ ਸਨ, ਪੰਡਿਤ ਕਿਰਪਾਲ ਚੰਦ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਦੇ ਨੇ ਕੁਝ ਸਿੰਘਾਂ ਨੂੰ, ਕੁਝ ਪੰਡਤਾਂ ਨੂੰ ਲੈ ਕੇ। ਤੇ ਇਹ ਜਿਹੜੇ ਪੰਡਿਤ ਕਿਰਪਾਲ ਚੰਦ ਨੇ ਨਾ, ਇਹ ਅਸਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਇਹਨਾਂ ਦੇ ਵੱਡੇ ਵਡੇਰੇ ਸਿੱਖੀ ਨਾਲ ਜੁੜੇ ਹੋਏ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਹਿਲੀ ਉਦਾਸੀ ਦੇ ਸਮੇਂ ਕਸ਼ਮੀਰ ਗਏ ਸਨ ਤੇ ਉੱਥੇ ਬ੍ਰਹਮਦਾਸ ਜੀ ਨੂੰ ਮਿਲੇ ਸਨ ਤੇ ਬ੍ਰਹਮਦਾਸ ਜੀ ਦੇ ਪਰਿਵਾਰ ਵਿੱਚੋਂ ਹੀ ਨੇ। ਖੈਰ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਹਾਂ, ਸ਼ਹਾਦਤਾਂ ਕਿਉਂ ਹੋਈਆਂ? ਇਹ ਔਰੰਗਜ਼ੇਬ ਸੀ ਨਾ ਜਿਹੜਾ, ਇਹਨੇ ਇਹ ਜਦੋਂ ਸੋਚਿਆ, ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਕੋਲ ਤਰੀਕਾ ਸੁਨੇਹਾ ਭੇਜਿਆ ਕਿ ਤੁਸੀਂ ਜੇਕਰ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹਨਾਂ ਦੇ ਪਿਤਾ ਨੂੰ, ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਵੋਗੇ ਤੇ ਅਸੀਂ ਆਪਣੇ ਆਪ ਇਸਲਾਮ ਕਬੂਲ ਕਰ ਲਵਾਂਗੇ। ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਪਹਿਲਾਂ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਹੁੰਦੀ ਹੈ, ਭਾਈ ਦਿਆਲਾ ਜੀ ਦੀ ਸ਼ਹਾਦਤ ਹੁੰਦੀ ਹੈ, ਭਾਈ ਸਤੀ ਦਾਸ ਜੀ ਦੀ ਸ਼ਹਾਦਤ ਹੁੰਦੀ ਹੈ। ਔਰੰਗਜ਼ੇਬ ਚਾਹੁੰਦਾ ਹੈ ਕਿ ਮੈਂ ਗੁਰੂ ਤੇਗ ਬਹਾਦਰ ਜੀ ਨੂੰ ਵੀ ਇਸਲਾਮ ਕਬੂਲ ਕਰਵਾ ਲਵਾਂ, ਪਰ ਉਹਨੇ ਜਦੋਂ ਦੇਖਿਆ ਕਿ ਤਿੰਨਾਂ ਸਿੰਘਾਂ ਨੇ ਇਸਲਾਮ ਜਦੋਂ ਕਬੂਲ ਨਹੀਂ ਕੀਤਾ ਤੇ ਗੁਰੂ ਨੇ ਕਿੱਥੋਂ ਇਸਲਾਮ ਕਬੂਲ ਕਰਨਾ। ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਗਿਆ, ਤੁਸੀਂ ਇਸਲਾਮ ਕਬੂਲ ਕਰ ਲਵੋ ਜਾਂ ਤੁਸੀਂ ਮੌਤ ਕਬੂਲ ਕਰ ਲਵੋ, ਸਿੱਖੀ ਨੂੰ ਛੱਡ ਦਿਓ।
ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਔਰੰਗਜ਼ੇਬ ਨੇ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ ਕਿ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦੇ 4 ਟੋਟੇ ਕਰਕੇ ਦਿੱਲੀ ਦੇ ਚਾਰੇ ਗੇਟਾਂ ਤੇ ਲਾ ਦਿਓ। ਪਰ ਅਕਾਲ ਪੁਰਖ ਦਾ ਭਾਣਾ ਕੁਝ ਹੋਰ ਸੀ। ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ, ਧੜ ਨੂੰ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਦੇ ਵਿੱਚ, ਜਿਹੜਾ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਹੈ, ਉਹ ਸੰਸਕਾਰ ਕਰ ਦਿੰਦਾ ਹੈ। ਜਿਹੜਾ ਸੀਸ ਹੈ ਉਹਨੂੰ ਭਾਈ ਜੈਤਾ ਜੀ ਚੁੱਕ ਕੇ ਸਾਈਡ ਤੇ ਲੈ ਜਾਂਦੇ ਨੇ ਤੇ ਅਰਦਾਸ ਕਰਦੇ ਨੇ, ਐ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ, ਜੋਦੜੀ ਹੈ। ਮੈਂ ਤੇਰੇ ਅੱਗੇ ਇਹ ਅਰਦਾਸ ਕਰਦਾ ਹਾਂ, ਕੱਲ ਨੂੰ ਲੋਕੀ ਇਹ ਗੱਲ ਕਹਿਣਗੇ ਕਿ ਦਿੱਲੀ ਤੋਂ ਆਨੰਦਪੁਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੀਵਨ ਸਿੰਘ, ਭਾਈ ਜੈਤਾ ਜੀ ਲੈ ਕੇ ਆਏ ਨੇ। ਐ ਗੁਰੂ ਤੇਗ ਬਹਾਦਰ, ਮੇਰੇ ਅੰਦਰ ਇੰਨੀ ਸਮਰੱਥਾ ਨਹੀਂ, ਇੰਨੀ ਤਾਕਤ ਨਹੀਂ ਕਿ ਮੈਂ ਤੁਹਾਡਾ ਸੀਸ ਦਿੱਲੀੋਂ ਆਨੰਦਪੁਰ ਲੈ ਜਾਵਾਂ। ਤੁਹਾਡੀ ਕਿਰਪਾ ਹੈ, ਇਹ ਤੁਹਾਡੀ ਰਹਿਮਤ ਹੈ। ਤੁਸੀਂ ਜੇ ਕਿਰਪਾ ਕਰੋ ਤਾਂ ਭਾਈ ਜੈਤੇ ਨੂੰ ਦਿੱਲੀ ਤੋਂ ਆਨੰਦਪੁਰ ਲੈ ਜਾਓ, ਮੇਰੇ ਅੰਦਰ ਇਹ ਸਮਰੱਥਾ ਨਹੀਂ। ਜਦੋਂ ਔਰੰਗਜ਼ੇਬ ਦੇ ਹੱਥ ਗੁਰੂ ਸਾਹਿਬ ਜੀ ਦਾ ਸੀਸ ਜਾਂ ਸਰੀਰ ਦਾ ਕੋਈ ਭਾਗ ਨਾ ਲੱਗਾ, ਔਰੰਗਜ਼ੇਬ ਨੇ ਇਹ ਗੱਲ ਆਖੀ, ਕਿਉਂਕਿ ਆਪਾਂ ਵੇਖਿਆ ਕਿੰਨੀ ਕਠੋਰ ਬਿਰਤੀ ਦਾ ਬੰਦਾ ਸੀ ਔਰੰਗਜ਼ੇਬ, ਕਿ ਜੇ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦੇ ਟੋਟੇ ਕਰਕੇ ਦਿੱਲੀ ਦੇ ਗੇਟਾਂ ਤੇ ਨਹੀਂ ਨਾ ਟੰਗ ਸਕਿਆ, ਤੇ ਇਹਦੀ ਗੱਦੀ ਤੇ ਬੈਠਣ ਵਾਲੇ ਇਹਦੇ ਪੁੱਤ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰ ਦੇ ਟੋਟੇ ਕਰਕੇ ਦਿੱਲੀ ਤੇ ਟੰਗਾਂਗਾ। ਸ਼ਹਾਦਤਾਂ ਦਾ ਆ ਰਾਜਿਆਂ ਦੀ ਭੈੜੀ ਬਿਰਤੀ ਕਾਰਨ ਸੀ ਵੀ ਸ਼ਹਾਦਤਾਂ ਕਿਉਂ ਹੋਈਆਂ। ਫਿਰ ਆਪਣੀ ਇਸ ਭੈੜੀ ਬਿਰਤੀ ਨੂੰ ਪੂਰਾ ਕਰਨ ਦੇ ਲਈ ਔਰੰਗਜ਼ੇਬ ਨੇ ਆਪਣੇ ਜੀਵਨ ਦੇ ਵਿੱਚ ਸਾਰੇ ਯਤਨ ਕੀਤੇ। ਨਾਲ ਪਹਾੜੀ ਰਾਜਿਆਂ ਨੂੰ ਲੈ ਲਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਜਾਂ ਇਹਨਾਂ ਨੂੰ ਸ਼ਹੀਦ ਕਰਕੇ, ਉਹਨਾਂ ਨੇ ਲਫ਼ਜ਼ ਸ਼ਹੀਦ ਨਹੀਂ ਨਾ ਵਰਤਿਆ ਹੋਣਾ, ਜਿੰਦਾ ਜਾਂ ਮੁਰਦਾ ਇਹਨਾਂ ਨੂੰ ਔਰੰਗਜ਼ੇਬ ਤੱਕ ਪਹੁੰਚਾ ਦਿਓ ਤੇ ਉਹਦੇ ਜਿਹੜੀ ਮਨ ਦੀ ਇੱਛਾ ਉਹ ਪੂਰੀ ਕਰ ਲਵੇਗਾ। 4 ਟੋਟੇ ਕਰਕੇ ਦਿੱਲੀ ਦੇ ਚਾਰੇ ਗੇਟਾਂ ਦੇ ਟੰਗ ਦੇਵੇਗਾ, ਉਹਦੇ ਮਨ ਨੂੰ ਸ਼ਾਂਤੀ ਆ ਜਾਵੇਗੀ। ਪਰ ਧੰਨ ਕਲਗੀਆਂ ਵਾਲੇ ਪਾਤਸ਼ਾਹ, ਸੂਰਬੀਰ, ਜਰਨੈਲ, ਯੋਧੇ, ਮਹਾਬਲੀ, ਮਹਾਨ ਕਵੀ, ਤਪਸਵੀ, ਅਕਾਲ ਪੁਰਖ ਦੇ ਭੇਜੇ ਹੋਏ ਇਸ ਸੰਸਾਰ ਤੇ ਉਹਨਾਂ ਦਾ ਆਉਣ ਦਾ ਕਾਰਨ ਹੀ ਇਸ ਸੰਸਾਰ ਤੋਂ ਜ਼ੁਲਮ ਨੂੰ ਪਟਣਾ ਸੀ। ਜਿਹੜਾ ਔਰੰਗਜ਼ੇਬ ਸਾਰੀ ਉਮਰ ਆਪਣੀ ਹਿੰਡ ਨੂੰ ਪੰਗਾਉਂਦਾ ਸੀ ਤੇ ਕਦੇ ਹਾਰਦਾ ਨਹੀਂ ਸੀ ਨਾ, ਕਦੇ ਹਾਰ ਨਹੀਂ ਸੀ ਮੰਨਦਾ, ਉਸ ਔਰੰਗਜ਼ੇਬ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਲਮ ਦੇ ਨਾਲ ਜ਼ਫਰਨਾਮਾ ਲਿਖ ਕੇ ਉਸ ਬੰਦੇ ਨੂੰ ਹਰਾ ਦਿੱਤਾ। ਉਹ ਤੋਂ ਮੰਜੇ ਤੋਂ ਨਹੀਂ ਉੱਠਿਆ ਗਿਆ। ਜਿਹੜਾ ਆਪਣੇ ਆਪ ਨੂੰ ਬਹੁਤ ਬਹਾਦਰ ਬਾਦਸ਼ਾਹ ਔਰੰਗਜ਼ੇਬ ਸਮਝਦਾ ਸੀ। ਆਨੰਦਪੁਰ ਸਾਹਿਬ ਦੇ ਕਿਲੇ ਨੂੰ ਇਸ ਔਰੰਗਜ਼ੇਬ ਦੇ ਫੌਜਾਂ ਦੁਆਰਾ, ਵਜ਼ੀਰ ਖਾਂ ਦੁਆਰਾ, ਪਹਾੜੀ ਰਾਜਿਆਂ ਦੁਆਰਾ ਘੇਰਾ ਪਾਇਆ ਗਿਆ, ਕਿਉਂਕਿ ਸਮਾਂ ਸੀਮਤ ਹੈ। ਸਮੇਂ ਸੀਮਤ ਵਿੱਚ ਆਪਾਂ ਸੀਮਤ ਵਿਚਾਰ ਕਰਨੀ ਹੈ। ਆਨੰਦਪੁਰ ਸਾਹਿਬ ਦਾ ਕਿਲਾ ਆਪਾਂ ਕਈ ਵਾਰ ਇਤਿਹਾਸ ਸਰਵਣ ਕੀਤਾ ਹੈ। ਮੈਂ ਇਹ ਵਿਚਾਰ ਅੱਜ ਤਾਂ ਕੀਤੀ ਵੀ ਸ਼ਹਾਦਤਾਂ ਦੇ ਪਿੱਛੇ ਕਾਰਨ ਕੀ ਹੈ। ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬ ਜੀ ਛੱਡ ਦਿੰਦੇ ਨੇ, ਸਰਸਾ ਨਦੀ ਦੇ ਕੰਢੇ ਤੇ ਪਹੁੰਚ ਜਾਂਦੇ ਨੇ, ਜੰਗ ਹੁੰਦਾ ਹੈ। ਗੁਰੂ ਸਾਹਿਬ ਇੱਥੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ। ਸਾਨੂੰ ਗੁਰੂ ਸਾਹਿਬ ਸਿਧਾਂਤ ਬਖਸ਼ ਰਹੇ ਨੇ ਕਿ ਐ ਗੁਰੂ ਦਿਆ ਸਿੱਖਾ, ਤੇਰੇ ਤੇ ਸਮਾਂ ਚਾਹੇ ਖੁਸ਼ੀ ਵਾਲਾ ਹੋਵੇ, ਤੇਰੇ ਤੇ ਸਮਾਂ ਚਾਹੇ ਗਮੀ ਵਾਲਾ ਹੋਵੇ, ਪਰ ਕਦੇ ਗੁਰਬਾਣੀ ਦਾ ਲੜ ਨਾ ਛੱਡੀ। ਸਰਸਾ ਨਦੀ ਦੇ ਕੰਢੇ ਤੇ, ਕਿਉਂਕਿ 6 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ। ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਅੰਮ੍ਰਿਤ ਵੇਲੇ ਸਰਸਾ ਨਦੀ ਦੇ ਕੰਢੇ ਤੇ ਪਹੁੰਚ ਜਾਂਦੇ ਨੇ। ਪਿੱਛੇ ਭਾਰੀ ਜੰਗ ਹੈ, ਦੁਸ਼ਮਣ ਚੜਿਆ ਹੋਇਆ ਹੈ, ਅਗਾਂਹ ਸਰਸਾ ਨਦੀ ਜੋ ਹੈ ਉਹ ਠਾਠਾਂ ਮਾਰਦੀ ਪਈ ਹੈ।
ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਇੱਥੇ ਕੀਰਤਨ ਕੀਤਾ। ਆਸਾ ਦੀ ਵਾਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਕਿ ਐ ਗੁਰੂ ਦੇ ਸਿੱਖਾ, ਸਮਾਂ ਚਾਹੇ ਜੰਗਾਂ ਯੁੱਧਾਂ ਵਾਲਾ ਹੋਵੇ, ਸਮਾਂ ਚਾਹੇ ਚੰਗਾ ਹੋਵੇ, ਸਮਾਂ ਚਾਹੇ ਮਾੜਾ ਹੋਵੇ, ਪਰ ਕਦੇ ਗੁਰਬਾਣੀ ਦਾ ਪੱਲਾ ਨਾ ਛੱਡੀ। ਜੇ ਗੁਰਬਾਣੀ ਦਾ ਪੱਲਾ ਛੱਡ ਦਿੱਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਕਿ ਤੂੰ ਇਸ ਤਰ੍ਹਾਂ ਹੋਵੇਗਾ ਜਿਵੇਂ ਕਿਸੇ ਮਨੁੱਖ ਨੂੰ ਕੋਹੜ ਦਾ ਰੋਗ ਹੋ ਜਾਂਦਾ ਹੈ ਨਾ, ਜੇ ਤੂੰ ਬਾਣੀ ਨੂੰ ਵਿਸਾਰ ਦਿੱਤਾ, ਇਹ ਮੰਨ ਲਵੀ ਕਿ ਤੈਨੂੰ ਕੋਹੜ ਦਾ ਰੋਗ ਹੋ ਗਿਆ ਹੈ। ਜਿਸ ਤਰ੍ਹਾਂ ਦਾ ਜੀਵਨ ਇੱਕ ਕੋਹੜੀ ਵਿਅਕਤੀ ਦਾ ਹੋ ਜਾਂਦਾ ਹੈ ਨਾ, ਤੇਰਾ ਜੀਵਨ ਇਸ ਤਰ੍ਹਾਂ ਦਾ ਹੋ ਜਾਵੇਗਾ। ਸਰਸਾ ਨਦੀ ਜਦੋਂ ਪਾਰ ਕਰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਭਾਈ ਮਣੀ ਸਿੰਘ ਜੀ ਦਿੱਲੀ ਵੱਲ ਨੂੰ ਚਲੇ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਨਾਲ ਕੁਝ ਹੋਰ ਸਿੰਘ ਵੱਖ-ਵੱਖ ਪਿੰਡਾਂ ਵਿੱਚ ਦੀ ਬੂੜ ਮਾਜਰਾ, ਚੰਦੂਮਾ ਇੱਧਰ ਦੀ ਹੁੰਦੇ ਹੋਏ ਚਮਕੌਰ ਦੀ ਗੜੀ ਵਿੱਚ ਪਹੁੰਚ ਜਾਂਦੇ ਨੇ। ਇੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚਦੇ ਨੇ, ਸ਼ਾਮਾਂ ਦੇ ਦੀਵਾਨ ਇੱਥੇ ਵੀ ਸਜਾਏ ਜਾਂਦੇ ਨੇ। ਹਕੀਮ ਅੱਲਾ ਯਾਰ ਖਾਨ ਜੋਗੀ ਨੇ ਜ਼ਿਕਰ ਕੀਤਾ ਹੈ ਕਿ ਇੱਥੇ ਜਦੋਂ ਗੁਰੂ ਸਾਹਿਬ ਜੀ ਆਉਂਦੇ ਨੇ ਨਾ, ਪਹਿਲਾਂ ਤਾਂ ਜਿਹੜੀ ਕੱਚੀ ਗੜੀ ਸੀ ਉਹਨੂੰ ਚਾਰੇ ਪਾਸੋਂ ਵੇਖਦੇ ਨੇ, ਤੱਕਦੇ ਨੇ। ਆਪਣੇ ਕਮਰ ਕਸੇ ਦੇ ਵਿੱਚੋਂ ਇੱਕ ਖੰਜਰ ਕੱਢ ਕੇ, ਗੜੀ ਦੀ ਦੀਵਾਰ ਦੇ ਵਿੱਚੋਂ ਇੱਕ ਰੂੜੀ ਕੱਢ ਕੇ ਆਪਣੀ ਤਲੀ ਦੇ ਉੱਪਰ ਰੱਖ ਕੇ ਹੱਥ ਦੇ ਨਾਲ ਭੋਰ ਕੇ ਤੇ ਫੂਕ ਮਾਰ ਕੇ ਉਸ ਨੂੰ ਅੰਡਾਉਂਦੇ ਨੇ। ਭਾਈ ਦਇਆ ਸਿੰਘ ਜੀ ਪੁੱਛਦੇ ਨੇ ਧੰਨ ਗੁਰੂ ਕਲਗੀਆਂ ਵਾਲੇ ਨੂੰ ਕਿ ਐ ਸੱਚੇ ਪਿਤਾ, ਇਹ ਤੁਸੀਂ ਕੀ ਕੰਮ ਕੀਤਾ ਹੈ? ਸਾਨੂੰ ਜੋ ਇਹ ਤੁਸੀਂ ਕਿਰਿਆ ਕੀਤੀ ਹੈ, ਸਾਨੂੰ ਇਸ ਦੀ ਸਮਝ ਨਹੀਂ ਆਈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹ ਇਸ ਗੜੀ ਦੀ ਆਜ਼ਮਤ ਨੂੰ ਸਲਾਮ ਕੀਤੀ ਹੈ। ਭਾਈ ਦਇਆ ਸਿੰਘ ਜੀ, ਇਸ ਗੜੀ ਦੀ ਅਜ਼ਮਤ ਨੂੰ ਇਹ ਸਲਾਮ ਹੈ। ਆਉਣ ਵਾਲੇ ਦਿਨ ਇੱਥੇ ਇਸ ਤਰ੍ਹਾਂ ਦਾ ਇਤਿਹਾਸ ਬਣੇਗਾ, ਲੋਕਾਂ ਦੀ ਨਿਗਾਹ ਵਿੱਚ ਇਹ ਗੜੀ ਕੱਚੀ ਹੈ, ਪਰ ਇਸ ਗੜੀ ਦੇ ਅੱਗੇ ਦੁਨੀਆ ਦੇ ਵੱਡੇ ਵੱਡੇ ਕਿਲੇ ਫਿੱਕੇ ਪੈ ਜਾਣਗੇ। ਦੁਨੀਆ ਦੇ ਵੱਡੇ ਵੱਡੇ ਕਿਲੇ ਇਸ ਗੜੀ ਦੇ ਅੱਗੇ ਝੁਕ ਜਾਣਗੇ, ਇਸ ਗੜੀ ਨੂੰ ਝੁਕ ਕੇ ਸਲਾਮ ਕਰਨਗੇ। ਹੋ ਸਕਦਾ ਹੈ ਦੁਨੀਆ ਦੇ ਵੱਡੇ ਵੱਡੇ ਕਿਲੇ ਆਉਣ ਵਾਲੇ ਸਮੇਂ ਵਿੱਚ ਖੰਡਰ ਹੋ ਜਾਣ, ਪਰ ਇਹ ਜਿਹੜੀ ਕੱਚੀ ਗੜੀ ਹੈ, ਰਹਿੰਦੀ ਦੁਨੀਆ ਤੱਕ ਇਸ ਨੂੰ ਲੋਕ ਸਲਾਮ ਕਰਦੇ ਰਹਿਣਗੇ। ਇਸ ਚਮਕੌਰ ਦੀ ਗੜੀ ਦੇ ਵਿੱਚੋਂ ਹਰ ਸਮੇਂ ਕੌਮ ਨੂੰ ਇਹ ਸੁਨੇਹਾ, ਇਹ ਆਵਾਜ਼ ਮਿਲੇਗੀ, ਨੌਜਵਾਨੀ ਨੂੰ ਆਪਣੇ ਧਰਮ ਤੋਂ ਕੁਰਬਾਨ ਹੋਣਾ ਕਿਸ ਤਰੀਕੇ ਦੇ ਨਾਲ ਹੈ। ਸ਼ਾਮ ਦਾ ਸਮਾਂ ਹੋਇਆ, ਦੀਵਾਨ ਸਜਾਏ ਜਾਂਦੇ ਨੇ। ਹਕੀਮ ਅੱਲਾ ਯਾਰ ਖਾਨ ਜੋਗੀ ਜੀ ਲਿਖਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਉਸ ਗੜੀ ਵਿੱਚ ਫਿਰਦੇ ਨੇ ਨਾ, ਗੜੀ ਵਿੱਚ ਫਿਰਦਿਆਂ ਫਿਰਦਿਆਂ ਪਿੱਛੇ ਆਪਣਾ ਖਿਆਲ ਜਾਂਦਾ ਹੈ ਸਰਸਾ ਨਦੀ ਦੇ ਕੰਢੇ ਤੇ। ਉੱਥੇ ਇਹ ਗੱਲ ਸੋਚਦੇ ਨੇ ਕਿ ਜਿਹੜਾ ਮੇਰਾ ਪਰਿਵਾਰ ਵਿਛੜ ਗਿਆ, ਮਾਤਾ ਜੀ ਵਿਛੜ ਗਏ, ਛੋਟੇ ਸਾਹਿਬਜ਼ਾਦੇ ਵਿਛੜ ਗਏ, ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਵਿਛੜ ਗਏ, ਪਤਾ ਨਹੀਂ ਕਿੱਥੇ ਨੇ, ਗੁਰੂ ਸਾਹਿਬ ਜੀ ਦੇ ਪਿਆਰੇ ਸਿੰਘ ਵਿਛੜ ਗਏ, सरसा नदी विच रुड़ गए। जब दूर से दरिया के किनारे नजर आए, सरसे में डूबे हुए प्यारे नजर आए, जे बिगड़े बिफरे हुए सारे नजर आए। धन गुरु गोबिंद सिंह सच्चे पातशाह जी अपने ख्याल दे विच ओ सारे परिवार सिखां नूं विछड़दियां नूं वेख रहे ने। शाम का दीवान सजाया जाता है, रहरास साहिब जी का पाठ होंदा है। जेड़े सिंह पिछे आनंदपुर साहिब 9 महीनों के घेरे विच भुखण भाणे रहे सन, अज चमकौर की गढ़ी दे विच भी इत्थे लंगर का कोई प्रबंध नहीं। शामां दे दीवाना तो बाद भी अज इत्थे भुखण भाणे सुते ने।
ਜਿਹੜੇ ਸਰੀਰ ਤੇ ਤਨ ਤੇ ਕੱਪੜੇ ਪਾਏ ਹੋਏ ਨੇ ਉਹ ਵੀ ਸਿੰਘਾਂ ਦੇ ਫਟੇ ਹੋਏ ਨੇ, ਭਿੱਜੇ ਨੇ, ਗਿੱਲੇ ਨੇ। ਹੱਥਾਂ ਦੇ ਉੱਪਰ, ਸਰੀਰ ਦੇ ਉੱਪਰ ਹਥਿਆਰਾਂ ਦੇ ਜ਼ਖਮ ਨੇ, ਹੱਥ ਪੈਰ ਸੁੱਜੇ ਹੋਏ ਨੇ। ਪਰ ਫਿਰ ਵੀ ਉਹਨਾਂ ਨੇ ਅੱਜ ਦਾ ਦੇਖੋ, ਇਹ ਜਿਹੜਾ ਸਮਾਂ ਸੀ ਨਾ, ਇਹ ਗੱਲ ਆਪਣੇ ਲਈ ਸੁਣਨੀ ਵੀ ਬੜੀ ਸੌਖੀ ਹੈ, ਸੁਣਾਉਣੀ ਵੀ ਬੜੀ ਸੌਖੀ ਹੈ। ਪਰ ਜਿਹੜੇ ਇਹਨਾਂ ਹਾਲਾਤ ਉਹਨਾਂ ਸਿੰਘਾਂ ਨੇ ਆਪਣੇ ਤਨ ਤੇ ਹੰਢਾਏ ਨੇ, ਜਿਨ੍ਹਾਂ ਨੇ ਇਹ ਹਾਲਾਤ ਮਹਿਸੂਸ ਕੀਤੇ ਨੇ, ਅਸਲ ਦੇ ਵਿੱਚ ਤਾਂ ਉਹ ਹੀ ਦੱਸ ਸਕਦੇ ਨੇ ਨਾ। ਬੰਦਾ ਭੁੱਖਣ ਭਾਣਾ ਹੋਵੇ, ਤਨ ਤੇ ਕੋਈ ਕੱਪੜਾ ਨਾ ਹੋਵੇ, ਪਰ ਫਿਰ ਵੀ ਸ਼ਾਮਾਂ ਦੇ ਦੀਵਾਨਾਂ ਅੰਦਰ ਰੱਬ ਦੀ ਬਾਣੀ ਪੜ੍ਹਦੇ ਪਏ ਨੇ। ਰੱਬ ਨੇ, ਅਕਾਲ ਪੁਰਖ ਨੇ ਆਪਾਂ ਨੂੰ ਸਾਰੀਆਂ ਨਿਆਮਤਾਂ ਬਖਸ਼ੀਆਂ ਨੇ, ਪਰ ਆਪਾਂ ਫਿਰ ਵੀ ਜਦੋਂ ਗੁਰਬਾਣੀ ਪੜ੍ਹਨ ਦੀ ਗੱਲ ਆਉਂਦੀ ਹੈ ਨਾ, ਜਾਂ ਗੁਰਬਾਣੀ ਰੱਬ ਰੱਬ ਕਰਨ ਦੀ ਗੱਲ ਆਉਂਦੀ ਹੈ, ਆਪਾਂ ਕੋਈ ਨਾ ਕੋਈ ਆਨਾ ਬਹਾਨਾ ਕੱਢਦੇ ਹਾਂ ਜੀ। ਅੱਜ ਨਹੀਂ ਜੀ, ਕੱਲ੍ਹ ਨੂੰ ਜੀ, ਫਿਰ ਰੱਬ ਰੱਬ ਕਰ ਲਾਂਗੇ, ਆਹ ਕੋਈ ਟਾਈਮ ਹੈ। ਆਪਾਂ ਕਿੰਨੇ ਬਹਾਨੇ ਮਾਰਦੇ ਹਾਂ। ਪਰ ਇਹ ਸਾਨੂੰ ਇਤਿਹਾਸ ਦੱਸਦਾ ਹੈ, ਸਿੰਘਾਂ ਤੇ ਇੰਨੀਆਂ ਮੁਸੀਬਤਾਂ ਨੇ। ਇਹ ਨਹੀਂ, ਇਹ ਵੀ ਪਤਾ ਹੈ ਕਿ ਇੱਥੋਂ ਅਸੀਂ ਗੜੀ ਤੋਂ ਸਾਡਾ ਕੱਲ੍ਹ ਦਾ ਟਿਕਾਣਾ ਕੋਈ ਨਹੀਂ, ਪਤਾ ਨਹੀਂ ਕਿੱਧਰ ਨੂੰ ਜਾਣਾ ਹੈ। ਪਿੱਛੋਂ ਟਿਕਾਣਾ ਛੱਡ ਦਿੱਤਾ, ਪਿੱਛੇ ਕੋਈ ਪੱਕਾ ਟਿਕਾਣਾ ਨਹੀਂ, ਅਗਾਂਹ ਕੋਈ ਟਿਕਾਣਾ ਨਹੀਂ। ਸਾਡੇ ਕੋਲ ਤਾਂ ਅਕਾਲ ਪੁਰਖ ਨੇ ਸਭ ਕੁਝ ਦਿੱਤਾ ਹੈ ਨਾ, ਅਸੀਂ ਫਿਰ ਵੀ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸਿੰਘਾਂ ਨੇ ਸ਼ਾਮ ਦਾ ਦੀਵਾਨ ਸਜਾਇਆ। ਜਿਸ ਤਰੀਕੇ ਦਾ ਪ੍ਰਬੰਧ ਸੀ, ਘੋੜੇ ਦੀਆਂ ਕਾਠੀਆਂ ਉਤਾਰੀਆਂ, ਜਾਂ ਜੋ ਘੋੜਿਆਂ ਤੇ ਕੱਪੜੇ ਪਾਏ ਸਨ ਉਹਨਾਂ ਦੇ ਬਿਸਤਰੇ ਵਿਛਾਏ, ਜਿਸ ਤਰੀਕੇ ਦੇ ਨਾਲ ਪ੍ਰਬੰਧ ਕੀਤਾ, ਤੇ ਉੱਥੇ ਆਪਣੇ ਰਹਿਣ ਦਾ ਪ੍ਰਬੰਧ ਕੀਤਾ। ਤੇ ਗੁਰੂ ਗੋਬਿੰਦ ਸਿੰਘ ਜੀ ਲਈ ਇੱਕ ਕਮਰਾ ਰੂਪੀ ਤਿਆਰ ਕੀਤਾ, ਕੱਪੜਿਆਂ ਦਾ ਤੰਬੂ ਲਗਾ ਦਿੱਤਾ। ਹਕੀਮ ਅੱਲਾ ਯਾਰ ਖਾਨ ਜੋਗੀ ਜੀ ਲਿਖਦੇ ਨੇ, ਕੁਛ ਲੇਟ ਗਏ ਖਾਕ ਭੇਜੀ ਪੋਸ਼ ਵਿਛਾਕਰ, पहरा लगे देने कई तलवार उठाकर, गोविंद भी शबाश हुए खेमे में जाकर, बैठा तो वहीं देखा तो वहीं बैठे थे गर्दन को झुकाकर, है वाहे गुरु मुंह से निकलता, है तू ही तू मुंह से निकलता। गोया से बोले महाराज रूबरू होकर, कल जाऊंगा चमकौर से सुरखरू होकर। धन गुरु गोबिंद सिंह सच्चे पातशाह जी भी ਜਿਹੜਾ ਤੰਬੂ ਤਿਆਰ ਕੀਤਾ ਸੀ ਨਾ, ਜਦੋਂ ਉੱਥੇ ਜਾ ਕੇ ਬੈਠੇ ਤੇ ਉੱਥੇ ਜਾ ਕੇ ਅਕਾਲ ਪੁਰਖ ਰੱਬ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਉੱਥੇ ਜਾ ਕੇ ਵੀ ਵਾਹਿਗੁਰੂ ਕਰ ਰਹੇ ਨੇ, ਉੱਥੇ ਜਾ ਕੇ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ, ਤੂੰ ਹੀ ਤੂੰ ਕਹਿ ਰਹੇ ਨੇ। ਤੇ ਜਦੋਂ ਕੁਝ ਸਮਾਂ ਲੰਘਿਆ, ਕਿਉਂਕਿ ਬਾਕੀ ਸਿੰਘ ਸਾਰੇ ਸੁੱਤੇ ਪਏ ਨੇ, ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ, ਇਹਨਾਂ ਦੀ ਡਿਊਟੀ ਮੇਨ ਦਰਵਾਜ਼ੇ ਤੇ ਲਗਾਈ ਗਈ ਸੀ ਕਿ ਤੁਸੀਂ ਦਰਵਾਜ਼ੇ ਤੇ ਪਹਿਰਾ ਦੇਣਾ ਹੈ। ਜਦੋਂ ਦਰਵਾਜ਼ੇ ਤੇ ਪਹਿਰਾ ਦੇਣ ਵਾਲੇ ਸਿੰਘ ਵੀ ਸੌਂ ਗਏ, ਸਾਰੇ ਸਿੰਘ ਸੌਂ ਗਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਤੰਬੂ ਤੋਂ ਬਾਹਰ ਆਉਂਦੇ ਨੇ। जब 1.5 घड़ी रात गई जिक्र खुदा में, खेमे से बाहर आए सरकार हवा में, कदमों से टहलते थे मगर दिल था दुआ में, बोले ऐ खुदावंद खुश हूँ तेरी रजा में। ऐ सच्चे पातशाह, ਜਿਹੜੇ ਵੀ ਹਾਲਾਤ ਵਿੱਚ ਤੂੰ ਮੈਨੂੰ ਰੱਖੇ ਮੈਂ ਖੁਸ਼ ਹਾਂ। ਬਾਹਰ ਆਏ, ਆ ਕੇ ਸਿੰਘਾਂ ਨੂੰ ਦੇਖਿਆ, ਸਾਰੇ ਸਿੰਘ ਸੁੱਤੇ ਪਏ ਨੇ। ਸਾਰੇ ਸਿੰਘਾਂ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰੀ ਰਾਤ ਸੇਵਾ ਕਰਦੇ ਰਹੇ। ਜਿਹੜੇ ਸਿੰਘਾਂ ਦੇ ਕੇਸਾਂ ਤੋਂ ਸਿਰਾਂ ਤੋਂ ਦਮਾਲੇ ਲਏ ਸੀ, ਉਹ ਦਮਾਲੇ ਸਹੀ ਕਰਦੇ ਨੇ। ਜਿਹੜੇ ਸਿੰਘਾਂ ਦੇ ਮੁਖ ਤੇ ਚਿਹਰੇ ਤੇ ਸੁੱਤਿਆਂ ਪਿਆਂ ਦੇ ਕੇਸ ਆ ਗਏ, ਉਹਨਾਂ ਦੇ ਚਿਹਰੇ ਤੋਂ ਕੇਸ ਪਰੇ ਕਰਕੇ ਉਹਨਾਂ ਦੇ ਸੀਸ ਤੇ ਜੂੜੇ ਕਰਦੇ ਪਏ ਨੇ। ਜੇਕਰ ਜਿਹੜੇ ਘੋੜਿਆਂ ਦੀਆਂ ਕਾਠੀਆਂ ਦੇ ਸਰਾਣੇ ਲਾਏ ਸੀ, ਜਿਹੜੇ ਸਿੰਘਾਂ ਦੇ ਉਹਨਾਂ ਸਰਾਣਿਆਂ ਤੋਂ ਸਿਰ ਥੱਲੇ ਸੀ, ਗੁਰੂ ਸਾਹਿਬ ਉਹ ਸਿਰ ਸਰਾਣਿਆਂ ਤੇ ਰੱਖਦੇ ਪਏ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰੀ ਰਾਤ ਸਿੰਘਾਂ ਦੀ ਸੇਵਾ ਕਰਦੇ ਨੇ। ਇਹ ਕਹਿੰਦੇ ਨੇ ਪੈਰ ਦਾ ਖੜਕਾ ਵੀ ਬਿਲਕੁਲ ਨਹੀਂ ਕਰਦੇ।
ਇਹ ਜਿਹੜੇ ਸਿੰਘ ਜਿਹੜੇ ਅੱਜ ਬੜੀ ਸ਼ਾਂਤੀ ਦੇ ਨਾਲ ਆਰਾਮ ਕਰਦੇ ਪਏ ਨੇ ਨਾ, ਇਹਨਾਂ ਕੋਲ ਆਰਾਮ ਕਰਨ ਦੀ ਅੱਜ ਦੀ ਹੀ ਰਾਤ ਹੈ। ਕੱਲ ਨੂੰ ਜਦੋਂ ਇਹਨਾਂ ਨੇ ਜੰਗ ਦੇ ਵਿੱਚ ਜਾਣਾ ਹੈ ਨਾ, ਫਿਰ ਇਹਨਾਂ ਕੋਲ ਇਸ ਤਰ੍ਹਾਂ ਸ਼ਾਂਤੀ ਆਨੰਦ ਦੇ ਨਾਲ ਆਰਾਮ ਕਰਨ ਦਾ ਸਮਾਂ ਨਹੀਂ ਹੋਵੇਗਾ। ਮੈਂ ਚਾਹੁੰਦਾ ਹਾਂ ਇਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਜੋ ਇਹਨਾਂ ਨੇ ਆਰਾਮ ਕਰਨਾ ਹੈ ਨਾ, ਉਹ ਇਹ ਆਰਾਮ ਚੰਗੀ ਤਰ੍ਹਾਂ ਕਰ ਲੈਣ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਿੰਘਾਂ ਦੇ ਕਦੇ ਮੁੱਖ ਨੂੰ ਚੁੰਮਦੇ ਨੇ, ਕਦੇ ਉਹਨਾਂ ਦੇ ਗਲਾਂ ਨੂੰ ਚੁੰਮਦੇ ਨੇ ਕਿ ਕੱਲ ਨੂੰ ਇਹਨਾਂ ਦੇ ਗਲਾਂ ਤੇ ਵਾਰ ਹੋਣੇ ਨੇ, ਇਹਨਾਂ ਨੇ ਸ਼ਹੀਦ ਹੋ ਜਾਣਾ ਹੈ। ਚੂਮਾ ਕਵੀ ਹਲਕੂਮ ਦਹਿਣ ਚੂਮਣੇ ਬੈਠੇ, ਜਬ ਪਾਇਤੀ ਆਏ ਤੋ ਚਰਨ ਚੂਮਣੇ ਬੈਠੇ। ਕਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੰਘਾਂ ਦੇ ਮੁੱਖ ਨੂੰ ਚੁੰਮਦੇ ਨੇ, ਕਦੇ ਚਿਹਰਿਆਂ, ਕਦੇ ਗਲ ਨੂੰ ਚੁੰਮਦੇ ਨੇ, ਕਦੇ ਸਿੰਘਾਂ ਦੇ ਪੈਰਾਂ ਨੂੰ ਚੁੰਮਦੇ ਨੇ ਕਿ ਐ ਗੁਰੂ ਦਿਓ ਸਿੰਘੋ, ਐ ਵਫਾਦਾਰ ਖਾਲਸਾ, ਤੁਸੀਂ ਕੱਲ ਨੂੰ ਧਰਮ ਦੇ ਲਈ ਕੁਰਬਾਨੀ ਦੇਣੀ ਹੈ। ਦੇਖੋ ਕੈਸਾ ਮੁਰਸ਼ਦ ਹੈ ਜਿਹੜਾ ਆਪਣੇ ਸਿੱਖਾਂ ਦੇ ਕਦਮ ਚੁੰਮਦਾ ਹੈ। ਪਰ ਉਹ ਸਿੰਘ ਕਿੱਡੇ ਵਫਾਦਾਰ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ। ਅੱਜ ਜੇਕਰ ਆਪਾਂ ਆਪਣੇ ਅੰਦਰ ਝਾਤੀ ਮਾਰ ਗਏ, ਸਾਨੂੰ ਐਸਾ ਮੁਰਸ਼ਦ ਮਿਲਿਆ ਹੋਵੇ ਤੇ ਅਸੀਂ ਉਸ ਮੁਰਸ਼ਦ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਟੱਕਰਾਂ ਮਾਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰੀ ਰਾਤ ਸੇਵਾ ਕਰਦੇ ਰਹੇ। ਜਦੋਂ ਸਿੰਘਾਂ ਨੂੰ ਵੇਖਦਿਆਂ ਕੁਝ ਕਦਮ ਅਗਾਂਹ ਗਏ ਤੇ ਉੱਥੇ ਭਾਈ ਅਜੀਤ ਸਿੰਘ ਤੇ ਭਾਈ ਜੁਝਾਰ ਸਿੰਘ ਜੀ ਸੌਂ ਰਹੇ ਸਨ। ਜਦੋਂ ਉਹਨਾਂ ਕੋਲ ਗੁਰੂ ਸਾਹਿਬ ਜੀ ਗਏ, ਹਕੀਮ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ, ਬਾਬਾ ਅਜੀਤ ਸਿੰਘ ਜੀ ਦੇ ਮੁਖ ਤੇ ਕੇਸ ਦੀਆਂ ਕੁਝ ਲਟਾਂ ਸਨ। ਜਦੋਂ ਉਹ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਨਾਲ ਪਰੇ ਕੀਤੀਆਂ ਨਾ, ਗੁਰੂ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਚਿਹਰਾ ਸੀ ਇੰਨਾ ਸੋਹਣਾ ਸੀ, ਇੰਨੇ ਖੂਬਸੂਰਤ ਸਨ ਗੁਰੂ ਸਾਹਿਬ ਜੀ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ। ਹਕੀਮ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ, ਜਦੋਂ ਉਹ ਕੇਸ ਪਰੇ ਕੀਤੇ ਨਾ, ਆਸਮਾਨ ਦੇ ਵਿੱਚ ਜਿਹੜਾ ਚੰਦਰਮਾ ਸੀ ਨਾ, ਉਹ ਵੀ ਸ਼ਰਮਾ ਕੇ ਲੁਕ ਗਿਆ ਕਿ ਗੁਰੂ ਸਾਹਿਬ ਜੀ ਦੇ ਪੁੱਤਰ ਦਾ ਜਿਹੜਾ ਚਿਹਰਾ ਹੈ ਇੰਨਾ ਸੁੰਦਰ ਹੈ, ਕਿਉਂਕਿ ਚੰਦ ਨੂੰ ਬੜਾ ਸੁੰਦਰ ਦੱਸਦੇ ਨੇ ਨਾ। ਤੇ ਕਹਿੰਦੇ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਉਹ ਜਿਹੜਾ ਚੰਦਰਮਾ ਸੀ ਉਹ ਵੀ ਲੁਕ ਗਿਆ ਕਿ ਮੇਰੇ ਤੋਂ ਸੁੰਦਰ ਤਾਂ ਬਾਬਾ ਅਜੀਤ ਸਿੰਘ ਜੀ ਦਾ ਮੁਖੜਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਲੇ ਬੈਠੇ ਨੇ, ਪਰ ਬੜੇ ਆਰਾਮ ਦੇ ਨਾਲ ਇਹ ਮਹਿਸੂਸ ਨਹੀਂ ਹੋਣ ਦੇ ਰਹੇ ਕਿ ਤੁਹਾਡੇ ਕੋਲ ਕੋਈ ਹੈ। ਕੋਲੇ ਬੈਠੇ ਗੱਲਾਂ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਥੇ ਚਾਰ ਹੋ ਅਬ ਦੋ, शहर जे भी ना होंगे, हम सब्र करेंगे अगर जे भी ना होंगे। धन गुरु गोबिंद सिंह सच्चे पातशाह जी है तो एक पिता ना, अपने पुत्रां कोल बैठा गल्लां बातां करदा है, कहन लगा है पुत्रो मेरे कोल अकाल पुरख ने ये रब्बी नियामतां बख्शियां सन, चार सी, पर हुण तुसीं मेरे कोल इस वक्त दो हो। शहर जे भी ना होंगे, कल जदों सवेर होवेगी ते तुसी दोनों ने भी मेरे कोले नहीं रहना, पर मैं फिर भी सबर करांगा, अकाल पुरख दा शुक्र करांगा जे तुसी भी ना रहे। कैसा गुरु साहब जी दा जिगरा है। हर एक माता पिता अपने बच्चों की सलामती चाहुंदा है, तरक्की चाहुंदा है, पर धन गुरु गोबिंद सिंह सच्चे पातशाह जी कहन लगे ने कि मैं सबर कर लवांगा पुत्रो जे तुसी भी ना मेरे कोले होए। सारी रात गुरु साहब जी की इसे तरह गल्लां बातां करदियां लंघदी है। सवेर हुंदी है, अमृत वेला हुंदा है, सिंह उठ के बाणी पढ़ते ने, नितनेम करते ने। गुरबाणी पढ़दियां धन गुरु गोबिंद सिंह सच्चे पातशाह जी ने दीवान सजाया हुंदा है। गुरु साहब जी सिखां नूं उपदेश दे रहे हुंदे ने
ਇੰਨੇ ਹੀ ਸਮੇਂ ਵਿੱਚ ਜਿਹੜਾ ਪਹਿਰੇ ਤੇ ਸਿੰਘ ਖਲੋਤਾ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਆਉਂਦਾ ਹੈ। ਕਹਿਣ ਲੱਗਾ, ਐ ਸੱਚੇ ਪਾਤਸ਼ਾਹ, ਚਮਕੌਰ ਦੀ ਗੜੀ ਨੂੰ ਦੁਸ਼ਮਣ ਨੇ ਪੂਰੀ ਤਰ੍ਹਾਂ ਚਾਰੇ ਪਾਸਿਓਂ ਘੇਰਿਆ ਹੋਇਆ ਹੈ। ਜੇਕਰ ਤੁਸੀਂ ਮੈਨੂੰ ਹੁਕਮ ਕਰੋ ਤੇ ਮੈਂ ਜਾ ਕੇ ਵਜ਼ੀਰ ਖਾਂ ਵਰਗਿਆਂ ਨੂੰ ਕੱਲਾ ਮਾਰ ਆਵਾਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਦਾ ਇਹ ਹੌਸਲਾ ਵੇਖ ਕੇ ਉਹਨੂੰ ਬੜੀਆਂ ਅਸੀਸਾਂ ਦਿੰਦੇ ਨੇ। ਦੀਵਾਨ ਲੱਗਿਆ ਹੈ, ਸਾਰੇ ਸਿੰਘਾਂ ਨੇ ਆਪਣੇ ਸ਼ਸਤਰਾਂ ਨੂੰ ਤਰਤੀਬਵਾਰ ਕਰ ਲਿਆ। ਗੁਰੂ ਗੋਬਿੰਦ ਸਿੰਘ ਜੀ ਦੇ ਹਕੀਮ ਅੱਲਾ ਯਾਰ ਖਾਂ ਜੋਗੀ ਕਹਿੰਦਾ ਉਸੇ ਵਕਤ ਮੁੱਖ ਤੇ ਜਿਹੜਾ ਸੀ ਨਾ ਵੀਰ ਰਸ ਆ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਸ਼ਸਤਰ, ਆਪਣੀ ਜਿਹੜੀ ਤਲਵਾਰ ਸੀ ਉਹ ਲਈ ਤੇ ਜਾ ਕੇ ਮਮਟੀ ਦੇ ਉੱਪਰ ਜਦੋਂ ਜਾ ਕੇ ਦੇਖਿਆ, ਕਹਿੰਦੇ ਆਸੇ ਪਾਸੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਜੰਗਲ ਦੇ ਵਿੱਚ ਬੰਦਿਆਂ ਦਾ ਘਾਹ ਉੱਗ ਗਿਆ ਹੋਵੇ। ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਨੂੰ ਗੜੀ ਦੇ ਵਿੱਚ ਲਾਮਬੰਦ ਕਰ ਦਿੱਤਾ, ਮੋਰਚਿਆਂ ਤੇ ਲਾ ਦਿੱਤਾ ਕਿ ਇੱਥੇ ਇੱਥੇ ਮੋਰਚੇ ਸਿੰਘਾਂ ਨੇ ਸੰਭਾਲਣੇ ਨੇ। ਫਿਰ ਸਿੰਘਾਂ ਨੂੰ ਇੱਕ ਗੱਲ ਆਖੀ ਕਿ ਐ ਸਿੰਘੋ, ਜਿੰਨੀ ਜੰਗ ਲੜਨੀ ਹੈ ਸਾਰੀ ਗੜੀ ਤੋਂ ਬਾਹਰ ਜਾ ਕੇ ਲੜਨੀ ਹੈ, ਗੜੀ ਦੇ ਅੰਦਰ ਜੰਗ ਨਹੀਂ ਆਉਣੀ ਚਾਹੀਦੀ। ਕੱਲ ਨੂੰ ਇਤਿਹਾਸ ਇਹ ਨਾ ਆਖੇ ਕਿ ਸਿੱਖਾਂ ਨੂੰ ਅੰਦਰ ਵੜ ਕੇ ਜਿਹੜੇ ਜ਼ਾਲਮ ਸਨ ਉਹਨਾਂ ਨੇ ਮਾਰ ਦਿੱਤਾ, ਭਾਵ ਸ਼ਹੀਦ ਕਰ ਦਿੱਤਾ, ਆਪਣੀ ਬਹਾਦਰੀ ਦੇ ਜੌਹਰ ਵਿਖਾਉਣੇ ਨੇ। ਕੱਲ ਦਾ ਇਤਿਹਾਸ ਇਹ ਆਖੇ ਕਿ 10 ਲੱਖ ਫੌਜ ਦੇ ਨਾਲ ਕੁਝ ਮੁੱਠੀ ਭਰ ਸਿੰਘ ਆਪਣੀ ਸ਼ਹਾਦਤ ਦੇ ਕੇ ਗਏ ਨੇ। ਜੰਗ ਦੇ ਵਿੱਚ ਜਾ ਕੇ ਬਾਹਰ ਲੜਨਾ ਹੈ। 5-5, 8-8 ਸਿੰਘਾਂ ਦਾ ਜਥਾ ਜਾਂਦਾ ਹੈ, ਬਾਹਰ ਜਾਂਦੇ ਨੇ, ਬਾਹਰ ਜਾ ਕੇ ਸ਼ਹੀਦ ਹੋ ਜਾਂਦੇ ਨੇ। ਬਾਬਾ ਅਜੀਤ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਲ ਆਏ, ਦੋਨੋਂ ਹੱਥ ਜੋੜੇ, ਕਹਿਣ ਲੱਗੇ, ਐ ਗੁਰੂ ਪਿਤਾ, ਤੁਸੀਂ ਮੇਰਾ ਨਾਮ ਅਜੀਤ ਸਿੰਘ ਰੱਖਿਆ ਹੈ। ਮੈਂ ਵੀ ਜਾਣਾ ਚਾਹੁੰਦਾ ਹਾਂ, ਜਿਸ ਸਮੇਂ ਮੇਰਾ ਜਨਮ ਹੋਇਆ ਸੀ ਤੁਸੀਂ ਭੰਗਾਣੀ ਦਾ ਜੰਗ ਜਿੱਤ ਕੇ ਆਏ ਸੀ ਤੇ ਮੇਰਾ ਨਾਮ ਅਜੀਤ ਸਿੰਘ ਰੱਖਿਆ ਸੀ। ਅੱਜ ਮੈਂ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਹਾਂ ਤੇ ਜੰਗ ਦੇ ਜੌਹਰ ਦਿਖਾਉਣਾ ਚਾਹੁੰਦਾ ਹਾਂ। ਤੁਸੀਂ ਮੇਰਾ ਨਾਮ ਅਜੀਤ ਸਿੰਘ ਰੱਖਿਆ ਹੈ ਤੇ ਮੈਂ ਦੁਸ਼ਮਣ ਦੇ ਕੋਲੋਂ ਜਿੱਤਿਆ ਨਹੀਂ ਜਾਵਾਂਗਾ। ਹਾਂ, ਬਾਹਰ ਦੁਸ਼ਮਣ ਦੀ ਗਿਣਤੀ ਵੱਧ ਹੈ। ਜੇ ਦੁਸ਼ਮਣ ਨੇ ਮੈਨੂੰ ਜਿੱਤ ਲਿਆ ਤੇ ਮੈਂ ਜੰਗ ਦੇ ਮੈਦਾਨ ਦੇ ਵਿੱਚੋਂ ਭੱਜ ਕੇ ਨੱਠ ਕੇ ਵਾਪਸ ਨਹੀਂ ਆਵਾਂਗਾ, ਵਾਪਸ ਜਿਉਂਦਾ ਨਹੀਂ ਆਵਾਂਗਾ, ਮੈਂ ਉੱਥੇ ਹੀ ਸ਼ਹੀਦ ਹੋ ਜਾਵਾਂਗਾ। ਬਾਬਾ ਅਜੀਤ ਸਿੰਘ ਜੀ ਕਹਿੰਦੇ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਗਿਆ ਤੋਂ ਵਾਪਸ ਜੀਤਾ ਨਾ ਆਊਂਗਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਥਾਪੜਾ ਦੇ ਕੇ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਤੋਰਿਆ। ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਜਾਂਦਿਆਂ ਸਭ ਤੋਂ ਪਹਿਲਾਂ ਬਰਛੀ ਦੇ ਨਾਲ ਦੁਸ਼ਮਣ ਤੇ ਵਾਰ ਕੀਤਾ। ਬਰਛੀ ਕੱਢ ਕੇ 2-2, 3-3 ਜਿਹੜੇ ਮੁਗਲ ਸਨ ਉਸ ਬਰਛੀ ਦੇ ਵਿੱਚ ਪਰੋ ਦਿੰਦੇ ਸਨ। ਇੰਨੀ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਜ਼ਿਕਰ ਕੀਤਾ ਹੈ, ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਘੋੜਾ ਸੀ ਨਾ, ਇੰਨਾ ਫੁਰਤੀਲਾ ਘੋੜਾ ਸੀ, ਜਿਹੜੇ ਸਾਹਮਣੇ ਦੁਸ਼ਮਣ ਸਨ ਉਹ ਵੀ ਹੈਰਾਨ ਸਨ ਕਿ ਇਸ ਤਰ੍ਹਾਂ ਦਾ ਘੋੜਾ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੇਖਿਆ ਨਹੀਂ। ਕਹਿੰਦੇ ਪਲ ਝਪਕਦੇ ਹੀ ਉਹ ਜਿਹੜਾ ਘੋੜਾ ਸੀ ਧਰਤੀ ਤੇ ਹੁੰਦਾ ਸੀ, ਪਲ ਝਪਕਦੇ ਹੀ ਉਹ ਘੋੜਾ ਅਸਮਾਨ ਵਿੱਚ ਦਿਖਾਈ ਦਿੰਦਾ ਸੀ। ਉਸ ਘੋੜੇ ਦੇ ਜਿਹੜੇ ਪੌੜ ਸਨ ਨਾ, ਇੰਨਾ ਕੁ ਖੜਕਾ ਕਰਦੇ ਹਨ। ਹਕੀਮ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ, ਜਦੋਂ ਇੱਕ ਫੁੱਲ ਦੀ ਕਲੀ ਖਿੜਦੀ ਹੈ ਨਾ, ਉਸ ਕਲੀ ਦੇ ਖੜਕੇ ਤੋਂ ਵੀ ਘੱਟ ਖੜਕਾ ਕਰਦਾ ਘੋੜੇ ਦਾ ਪੌੜ। ਇੰਨਾ ਫੁਰਤੀਲਾ, ਬਿਜਲੀ ਦੇ ਵਾਂਗ ਹਕੀਮ ਅੱਲਾ ਯਾਰ ਖਾਂ ਜੋਗੀ ਕਹਿੰਦੇ ਕਦੇ ਇੱਥੇ ਦਿਖਾਈ ਦਿੰਦਾ, ਕਦੇ ਉੱਥੇ ਦਿਖਾਈ ਦਿੰਦਾ। ਦੁਸ਼ਮਣਾਂ ਨੂੰ ਇੱਦਾਂ ਲਤਾੜ ਰਿਹਾ ਹੈ ਜਿਵੇਂ ਕੋਈ ਬੰਦਾ ਕਿਸੇ ਸੁੱਕੇ ਪੱਤਿਆਂ ਨੂੰ ਲਤਾੜ ਰਿਹਾ ਹੋਵੇ। ਤੇ ਬਰਛੀ ਦੇ ਨਾਲ ਇਸ ਤਰੀਕੇ ਇੰਨੇ ਫੁਰਤੀਲੇ ਘੋੜੇ ਤੇ ਬੈਠ ਕੇ ਬਾਬਾ ਅਜੀਤ ਸਿੰਘ ਜੀ ਬਰਛੀ ਦੇ ਨਾਲ ਦੁਸ਼ਮਣ ਦੇ ਨਾਲ ਜੰਗ ਕਰਦਾ ਪਿਆ ਹੈ।
ਬੜਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਉਹ ਬਰਛੀ ਮਾਰੀ, ਇੱਕ ਵਿਅਕਤੀ, ਇੱਕ ਬੰਦੇ ਨੇ ਉਹ ਸਾਰੀ ਸਰੀਰ ਤੇ ਸੰਜੋ ਪਾਈ ਹੋਈ ਸੀ ਲੋਹੇ ਦੇ ਕੱਪੜੇ, ਉਹ ਜਦੋਂ ਬਰਛੀ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਹ ਬਰਛੀ ਟੁੱਟ ਗਈ। ਫਿਰ ਬਾਬਾ ਅਜੀਤ ਸਿੰਘ ਜੀ ਨੇ ਆਪਣੀ ਕਿਰਪਾਨ ਦੇ ਨਾਲ ਦੁਸ਼ਮਣ ਨੂੰ ਵੱਢਿਆ। ਕਿਰਪਾਨ ਵੀ ਹਕੀਮ ਅੱਲਾ ਯਾਰ ਖਾਨ ਜੋਗੀ ਕਿਰਪਾਨ ਦੀ ਸਿਫਤ ਕਰਦੇ, ਕਹਿੰਦੇ ਕਿਰਪਾਨ ਨਹੀਂ, ਉਹ ਤਾਂ ਜਮਰਾਜ ਦੀ ਮਾਂ ਸੀ। ਜਿਸ ਜਮਰਾਜ ਦੀ ਮਾਂ ਦੇ ਅੱਗੇ ਮੌਤ ਦੇ ਦੇਵੀ ਦੇਵਤੇ ਵੀ ਹੱਥ ਜੋੜ ਕੇ ਖਲੋਤੇ ਨੇ। ਉਹ ਕਿਰਪਾਨ ਦੀ ਸਿਫਤ ਕਰਦੇ ਹੋਏ ਲਿਖਦੇ ਨੇ, ਉਹ ਜਿਹੜੀ ਕਿਰਪਾਨ ਹੈ ਉਹ ਆਸਮਾਨੀ ਬਿਜਲੀ ਵਾਂਗ ਹੈ, ਪਲ ਝਪਕਦੇ ਹੀ ਜਿੱਧਰ ਨੂੰ ਜਾਂਦੀ ਹੈ ਲੋਥਾਂ ਦੇ ਢੇਰ ਲਾ ਦਿੰਦੀ ਹੈ, ਲੋਥਾਂ ਦੇ ਸੱਥਰ ਵਿਛਾ ਦਿੰਦੀ ਹੈ ਜਿੱਧਰ ਨੂੰ ਜਾਂਦੀ ਹੈ। ਜਿਹਦੇ ਵੀ ਧੜ ਤੇ ਉਹ ਕਿਰਪਾਨ ਪੈਂਦੀ ਹੈ, ਧੜ ਵੱਖਰਾ ਹੋ ਜਾਂਦਾ ਹੈ, ਸੀਸ ਵੱਖਰਾ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਕਿਰਪਾਨ ਉਹ ਜਿਹੜੇ ਸਾਹਮਣੇ ਜ਼ਾਲਮ ਸਨ ਉਹ ਵੀ ਜ਼ਿਕਰ ਕਰਦੇ ਨੇ ਕਿ ਇਹ ਜਿਹੜਾ ਸ਼ਸਤਰ ਇਸ ਜੰਗ ਦੇ ਮੈਦਾਨ ਵਿੱਚ ਇਹ ਬਾਬਾ ਅਜੀਤ ਸਿੰਘ ਜੀ ਚਲਾ ਰਹੇ ਨੇ ਨਾ, ਇਹ ਤੇ ਸ਼ਸਤਰ ਵੀ ਕਹਿੰਦੇ ਅਸੀਂ ਆਪਣੀ ਜ਼ਿੰਦਗੀ ਵਿੱਚ ਨਹੀਂ ਵੇਖਿਆ। ਤੇ ਉਸ ਕਿਰਪਾਨ ਦੀ ਸਿਫਤ ਕਰਦੇ ਹੋਏ ਹਕੀਮ ਅੱਲਾ ਯਾਰ ਖਾਨ ਜੋਗੀ ਲਿਖਦੇ ਨੇ, ਮਾਨੋ ਇਸ ਤਰ੍ਹਾਂ ਸੀ ਕਿ ਬਾਬਾ ਅਜੀਤ ਸਿੰਘ ਦੀ ਤਲਵਾਰ ਨੂੰ 2 ਅੱਖਾਂ ਲੱਗੀਆਂ ਹੋਣ, ਕਦੇ ਸੱਜੇ ਵੇਖਦੀ ਹੈ, ਕਦੇ ਖੱਬੇ ਵੇਖਦੀ ਹੈ, ਚਾਰੇ ਦਿਸ਼ਾਵਾਂ ਵੱਲ ਆਪਣੇ ਦੁਸ਼ਮਣ ਨੂੰ ਤੱਕਦੀ ਹੈ, ਤੇ ਜਿੱਧਰ ਨੂੰ ਵੀ ਤਲਵਾਰ ਬਾਬਾ ਅਜੀਤ ਸਿੰਘ ਦੀ ਜਾਂਦੀ ਹੈ ਉਧਰ ਕਹਿਰ ਮਚਾ ਰਹੀ ਹੈ, ਜ਼ਾਲਮਾਂ ਦੇ ਉਧਰ ਢੇਰ ਦੇ ਢੇਰ ਲਾ ਰਹੀ ਹੈ। ਕਹਿੰਦੇ ਇਹ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਲੜਦੇ ਪਏ ਨੇ। ਚਮਕੌਰ ਦੀ ਗੜੀ ਦੇ ਵਿੱਚ ਮਮਟੀ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭ ਕੁਝ ਵੇਖ ਰਹੇ ਨੇ। ਸਭ ਕੁਝ ਵੇਖਦੇ ਆ ਬਾਬਾ ਅਜੀਤ ਸਿੰਘ ਜੀ ਦੀ ਦਲੇਰੀ, ਬਹਾਦਰੀ, ਸੂਰਬੀਰਤਾ ਨੂੰ ਵੇਖਦੇ ਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਚੀ ਸਾਰੀ ਆਵਾਜ਼ ਵਿੱਚ ਕਹਿੰਦੇ ਨੇ, क्या खूब दलेरी से लड़े हो, क्यों ना हो गोबिंद के फरियांद बड़े हो। शाबाश पिशर, क्या खूब दलेरी से लड़े हो, क्यों ना हो गोबिंद के फरियांद बड़े हो। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਸ਼ੀਰਵਾਦ ਭੇਜਿਆ ਨਾ ਬਾਬਾ ਅਜੀਤ ਸਿੰਘ ਜੀ ਨੂੰ, ਤੇ ਹਕੀਮ ਅੱਲਾ ਯਾਰ ਖਾਨ ਜੋਗੀ ਕਹਿੰਦੇ ਬਾਬਾ ਅਜੀਤ ਸਿੰਘ ਜੀ ਨੇ ਯੁੱਧ ਕਰਦਿਆਂ ਜਦੋਂ ਆਪਣੇ ਪਿਤਾ ਜੀ ਦਾ ਆਸ਼ੀਰਵਾਦ ਸੁਣਿਆ ਤੇ ਜੰਗ ਕਰਦਿਆਂ ਤਲਵਾਰ ਦੇ ਨਾਲ ਝੁੱਕ ਕੇ ਆਪਣੇ ਪਿਤਾ ਦੇ ਇਸ ਸਵੀਕਾਰ ਕੀਤਾ ਆਸ਼ੀਰਵਾਦ ਨੂੰ। ਜਦੋਂ ਕੁਝ ਸਮਾਂ ਝੁੱਕ ਕੇ ਆਸ਼ੀਰਵਾਦ ਸਵੀਕਾਰ ਕੀਤਾ, ਇੰਨੇ ਨੂੰ ਇੱਕ ਜ਼ਾਲਮ ਨੇ ਪਿੱਛੋਂ ਆ ਕੇ ਬਾਬਾ ਅਜੀਤ ਸਿੰਘ ਦੀ ਪਿੱਠ ਤੇ ਵਾਰ ਕਰਕੇ ਬਰਛੀ ਮਾਰੀ। ਜਦੋਂ ਬਾਬਾ ਅਜੀਤ ਸਿੰਘ ਜੀ ਦੇ ਬਰਛੀ ਮਾਰੀ, ਅੱਗੋਂ ਸੈਨਿਕਾਂ ਨੇ ਘੇਰ ਕੇ ਗੁਰੂ ਪਿਤਾ ਜੀ ਦੇ ਇਸ ਲਾਡਲੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਛਾਤੀ ਤੇ ਤੀਰਾਂ ਦੇ ਵਾਰ ਕੀਤੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਤਕਰੀਬਨ 400 ਦੇ ਲਾਗੇ ਬੰਨੇ, 300 ਤੇ ਕੁਝ ਹੈ, ਇੰਨੇ ਵਾਰ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਹੋਏ ਤੇ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ। ਇੱਧਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਇੱਕ ਸਾਹਿਬਜ਼ਾਦਾ ਸ਼ਹੀਦ ਹੋ ਗਿਆ, ਬਾਬਾ ਜੁਝਾਰ ਸਿੰਘ ਜੀ ਨੂੰ ਲੈ ਕੇ ਚਲੇ ਜਾਓ। ਗੁਰੂ ਸਾਹਿਬ ਕਹਿੰਦੇ ਕਿ ਤੁਸੀਂ ਸਾਰੇ ਹੀ ਮੇਰੇ ਪੁੱਤਰ ਹੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਵਾਰ-ਵਾਰ ਸੀਸ ਝੁਕਦਾ ਹੈ। ਉਹ ਸਾਨੂੰ ਵਾਰ-ਵਾਰ ਕਦੇ ਪੁੱਤਰ ਆਖਦਾ ਹੈ, ਕਦੇ ਆਪਣੀਆਂ ਧੀਆਂ ਆਖਦਾ ਹੈ, ਕਦੇ ਸਾਡੇ ਉਹ ਚਿਹਰੇ ਚੁੰਮਦਾ ਹੈ, ਕਦੇ ਕਦਮ ਚੁੰਮਦਾ ਹੈ, ਪਰ ਇੱਕ ਅਸੀਂ ਨਲਾਇਕ ਪੁੱਤ, ਕਹਿਣੇ ਤੋਂ ਬਾਹਰ ਚੱਲਣ ਵਾਲੇ ਪੁੱਤ ਹਾਂ, ਜਿਹੜੇ ਅਸੀਂ ਆਪਣੇ ਪਿਤਾ ਦੀ, ਪਿਓ ਦੀ ਗੱਲ ਦੀ ਪਰਵਾਹ ਨਹੀਂ ਕਰਦੇ,
ਆਪਣੇ ਪਿਓ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਪਰ ਉਪਕਾਰਾਂ ਦੀ ਪਰਵਾਹ ਨਹੀਂ ਕਰਦੇ, ਅਣਦੇਖਿਆ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਤੁਸੀਂ ਸਾਰੇ ਹੀ ਮੇਰੇ ਪੁੱਤ ਹੋ ਨਾ। ਫਿਰ ਤਲਵੰਡੀ ਸਾਬੋ ਆ ਕੇ ਫਿਰ ਇਹ ਗੱਲ ਆਖੀ ਸੀ ਨਾ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤ ਚਾਰ। ਆਪਣੀ ਜ਼ਿੰਦਗੀ ਦੇ ਹਰ ਮੋੜ ਤੇ ਸਿੱਖ ਨੂੰ ਪਿਆਰ ਕੀਤਾ, ਸਾਹਿਬਜ਼ਾਦਿਆਂ ਨਾਲੋਂ ਕਿਤੇ ਵੱਧ ਜਾ ਕੇ। ਤੇ ਸਿੱਖ ਲਈ ਆਪਣੇ ਲਈ ਚਾਰੇ ਪੁੱਤ ਕੁਰਬਾਨ ਕਰ ਦਿੱਤੇ। ਨਹੀਂ ਆਪਣੇ ਪੁੱਤ ਰੱਖ ਲੈਂਦਾ ਗੁਰੂ ਗੋਬਿੰਦ ਸਿੰਘ ਜੀ, ਪਰ ਸਾਡੇ ਅੰਦਰ ਵੇਖੋ ਅਸੀਂ ਸਿੱਖੀ ਤੋਂ ਕਿੰਨੇ ਕੋਹਾਂ ਦੂਰ ਜਾ ਰਹੇ ਹਾਂ, ਭੁੱਲੇ ਹਾਂ, ਭਟਕੇ ਹਾਂ। ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਆਪਾਂ ਸਿੱਖੀ ਨਾਲ ਜੁੜ ਗਏ, ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਗਏ। ਕਹਿਣ ਲੱਗੇ ਗੁਰੂ ਸਾਹਿਬ ਨਹੀਂ, ਮੈਂ ਚਮਕੌਰ ਦੀ ਗੜੀ ਛੱਡ ਕੇ ਨਹੀਂ ਜਾਵਾਂਗਾ। ਬਾਬਾ ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ, ਆ ਕੇ ਕਹਿਣ ਲੱਗੇ ਐ ਗੁਰੂ ਪਿਤਾ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਭਰਾ ਦੇ ਕੋਲੋਂ ਗੱਤਕਾ ਸਿੱਖਿਆ, ਇਕੱਠੇ ਖੇਡਦੇ ਰਹੇ, ਦਸਤਾਰ ਸਜਾਉਣੀ ਸਭ ਕੁਝ ਸਿੱਖਿਆ। ਅੱਜ ਮੇਰੀ ਇੱਛਾ ਹੈ ਮੈਂ ਆਪਣੇ ਭਰਾ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦਾ। ਮੈਂ ਵੀ ਚਾਹੁੰਦਾ ਹਾਂ ਅੱਜ ਮੈਂ ਆਪਣੇ ਭਰਾ ਦੇ ਵਾਂਗ ਜਿਵੇਂ ਉਹਨੇ ਸ਼ਹਾਦਤ ਲਈ ਹੈ ਨਾ, ਮੈਂ ਵੀ ਉਹ ਸ਼ਹਾਦਤ ਆਪਣੇ ਭਰਾ ਤੋਂ ਸਿੱਖਣੀ ਹੈ। बाई से बिछड़ कर हमें जीना नहीं आता, खाना नहीं पीना नहीं सोना नहीं बाता। ऐ गुरु पिता मैनू भरा तो विछड़ के कुछ भी चंगा नहीं लगता। मैं चाहता हाँ कि मैं भी अपने भरा दे वांग जाके शहीद हो जावां, अपने भरा दे नाल जाके अपने दादा जी नूं मैं भी मिल लवां। धन गुरु गोबिंद सिंह सच्चे पातशाह जी बाबा जुझार सिंह जी नूं खुद हत्थीं तैयार करते ने, दस्तार सजाउंदे ने, तैयार करके अपने कोलों एक शस्त्र दिंदे ने। हम देते हैं खंजर इसे शमशीर समझना, तीर इसे कमान की जगह दादा का तीर समझना, जितने इनसे मरे उन्हें बेपीर समझना। ऐ मेरे पुत्र ये मैं तैनू खंजर दिंदा हाँ, इनू तू दादे दा तीर समझी। बाबा अजीत सिंह जी तो बाद बाबा जुझार सिंह जी जदों जंग दे मैदान विच जांदे ने ते गुरु गोबिंद सिंह जी उदों पहला विचार चलदी कि ऐ अजीत ऐ जुझार सिंह अजे तां जिहड़ी तेरी उम्र है पुत्रा वो खेडण वाली है, तैनू अजे तो जंग लड़ना ही नहीं आता, अजे तो तैनू जंग दे कोई गोरी नहीं पता, अजे तो तू गतका भी चंगी तरह नहीं सीखिया, तू जंग दे मैदान में जाके दुश्मन का किवें सामना करेगा। दलेरी वेखो बाबा अजीत सिंह जी दी, आ बाबा जुझार सिंह जी दी। कहन लगे लड़ना नहीं आता मुझे मरना तो है आता, आगे बढ़कर गला तेग पे धरना तो है आता। पिताजी की गल हो गई जे मैनू लड़ना नहीं आउंदा, मैनू अपने भरा दे वांग अगां जाके अपना गल तेग ते धर के शहीद होना तो आउंदा है ना। शहीद होना तो कोई औखा नहीं, जे तुसी कहते हो लड़ना औखा है, शहीद होना तो कोई औखा नहीं। बाबा जुझार सिंह जी जंग दे मैदान विच जांदे ने, पर जदों जंग दे मैदान विच जांदे ने बाबा जुझार सिंह जी इन्नी फुर्ती दे नाल लड़दे ने ना, कईयां नूं मार के बाबा जुझार सिंह जी जदों दूजे पासे जांदे ने ना सैना वाले, वो कहंदे बच बच के लड़ो कलगियों वालों के पिसर से। दुश्मन इन्ने हैरान हो गए बाबा जुझार सिंह जी की बहादुरी वेख के, नाल दे साथियों नूं कहंदे ने इस बच्चे तो बच बच के लड़ो, बच बच के लड़ो कलगियों वालों के पिसर से, जे नीमचा लाए है गुरु गोबिंद की कमर से। कहंदे जेड़ा इस गुरु गोबिंद सिंह जी दे पुत्र कोल शस्त्र है ना, इन्ना तेज धार हथियार है, ये गुरु गोबिंद सिंह जी की कमर कसे विचों लैके आए ने, बच बच के लड़ो। इन्नी बहादुरी नाल लड़े, इन्नी बहादुरी नाल लड़े। हकीम अल्लाह यार खान जोगी कहंदा 10-20 को जख्मी किया 10-20 को मारा,
इस एक ने एक हमले में 21 को मारा, कभी इबलीस को मारा, कभी खबलीस को मारा, इस एक ने हमले में 40 को मारा। हकीम अल्लाह यार खान जोगी जी कहते कदे 10 भी इधरों जिधर जाते ने 10 20 मार मार के ते 70 विछा रहे हैं। 40 नूं मार के 40 का जिक्र तो हकीम अल्लाह यार खान जोगी ने कर दिता। हालांकि जिहदे प्रति ये पहला ही विचार चली जाती सी कि तुहानूं ते जंग लड़नी नहीं आउंदी, ते 10 लाख की फौज दे विचों इन्नियां नूं मार देना कोई मामूली गल नहीं। जदों इन्नियां नूं मार के बाबा जुझार सिंह जी जदों थोड़ा जिहा अगांह गए, रण में जब अजीत का लाशा नज़र आया, जंग के मैदान में जदों बाबा अजीत सिंह जी की लाश देखी ना, घोड़े से वो दिलावर उतर आया। बाबा जुझार सिंह जी घोड़े तो उतर आए, सर लेके गोद में भैया से बोलो, इस खाबे निगाह से होशियार तो हो लो, अगर सोने की ही ठानी है तो मिलकर तो सो लो। अपनी गोद दे विच बाबा अजीत सिंह जी अपने वड्डे भरा दी लाश नूं रख के कहण लगा, ऐ प्यारे अजीत, जेकर तू सौण दी ही सोची है, एक बारी अख ते खोल, मैनू वेख ते लै, मैनू वेख के ते सौ ला। जेकर तू सौना ही है वेख ते लै, वेख ते सही, मैं आया हाँ, मैं तेरा भरा आया हाँ। कहंदे इन्ने समय दे विच बाबा जुझार सिंह जी ते एक तीर आके वजा। हकीम अल्लाह यार खान जोगी कहंदे वो तीर की वजया, इस तरह लग रहा सी जिवें गुलाब दे फुल विच कंडा खुबिया होवे। गुलाब का पत्ता कितना कोमल है, गुलाब का जिहड़ा फुल है किड्डा कोमल है। कहंदे जदों बाबा जुझार सिंह जी उन्हां दी शहादत हुंदी है, बाबा अजीत सिंह जी दे कोल ही डिग जांदे ने। धन गुरु गोबिंद सिंह सच्चे पातशाह जी उपर खलोते सब कुछ वेख रहे ने, ते धन गुरु गोबिंद सिंह महाराज जकारा छड्डदे ने। जदों उच्ची सारी जकारा छड्डिया, गढ़ी दे अंदर जिन्ने सिंह सन सारियां ने उस जकारे का जवाब दिता। फिर धन गुरु गोबिंद सिंह सच्चे पातशाह जी कहने लगे कि इधरों दिन बाबा जुझार सिंह जी की शहादत हुंदी है, दिन ढल जाता है, तो जंग का ये असूल हुंदा सी, जदों भी दो फौजां ने लड़ना, जदों दिन ढल जाना तो जंग बंद हो जाती सी, अगले दिन सवेर होनी तो फिर जंग शुरू हो जाती सी। इधरों बाबा जुझार सिंह जी की शहादत हुंदी है, सूरज ढल जाता है तो शाम पै जाती है, जंग बंद हो जाती है। इधर गुरु गोबिंद सिंह सच्चे पातशाह जी ਸਿੰਘਾਂ नाल विचार करते हैं कि हुण सवेर नूं जिहड़ी जंग होवेगी उस जंग दे विच मैं खुद जावांगा, खुद दुश्मन नाल लड़ांगा। तो फिर 5 प्यारे साहबान गुरु साहब जी नूं इधर ये गल आखदे ने कि तुसीं ये जिहड़ा किला है खाली करके चले जाओ। एक आपां विशा इत्थे ही रोकते हाँ। इधरों दूजा इतिहास सरसा नदी ते अपनी सुरत नूं फिर लैके जाइए। सरसा नदी ते जदों गुरु साहब जी का परिवार विछड़दा है ना, तो जिहड़े माता गुजर कौर जी ने नाल छोटे साहिबजादे ने बाबा जोरावर सिंह ते बाबा फतेह सिंह, एक कुम्मे माशकी कोले एक रात गुजारते ने। तो इत्थे इतिहास दे विच लक्ष्मी बाई है, उहदा नाम दौलतां भी आया है, वो इत्थे प्रशादे की सेवा करती है। 3 दिन इत्थे गुरु एक रात इत्थे रह के गंगू कोल खेड़ी चले जाते ने। उत्थों फिर साहिबजादियां नूं मरिंडे लिजाया जाता है, जिथे अज भी गुरुद्वारा साहिब सुशोभित है। भागां वाले इन्हां दिनां दे विच ना सानू इन्हां अस्थानां ते जाना चाहिदा है। दर्शन दिदारे अपने बच्चों नूं जरूर लैके जाइए, क्योंकि जेकर असी अपने बच्चों नूं जां आप ना इत्थे जा सके, क्योंकि समय का पता कोई नहीं हुंदा, समा किहड़े वेले करवट लै जावे। साहिबजादियां नूं उन्हां दे जिगरे देखो,
ਜਦੋਂ ਰਸਤੇ ਵਿੱਚ ਨੇ ਨਾ ਆਪਣੀ ਮਾਂ ਦਾਦੀ ਦੇ ਨਾਲ ਗੱਲਾਂ ਕਰਦੇ ਨੇ, दादी से बोले अपने सिपाही किधर गए, दरिया पे हमें छोड़कर राही किधर गए। ऐ दादी माँ अपने सिपाही किधर गए, क्योंकि समा भी अपनी चाल चलता जा रहा है ना, मैं समय विच ही समाप्ति करांगा। दादी से बोले अपने सिपाही किधर गए, दरिया पे हमें छोड़कर राही किधर गए। हे दादी माँ प्यारे सिपाही नहीं दिस रहे, पिता भी नहीं दिस रहे, सानू छड्ड के सारे ही चले गए। फिर आपस विच गल्लां बातां करदे ने, जब रण अजीत जीत कर तशरीफ लाएंगे, अब्बा के साथ जिस घड़ी जुजार आएंगे, हम हर एक से गिला करके रूठ जाएंगे। कभी माता कभी पिता कभी भाई मनाएंगे। सारे आपां नूं मनाउणगे पर आपां मन्नना नहीं। उन्हां नूं आखांगे, उन्हां तो एक इकरार लवांगे कि सानू दोबारा इस तरह विछड़ के सानू छड्ड ना जाओ। इस तरह गल्लां बातां करदे ने, दादी जी नाल सारियां गल्लां बातां करदे ने, पर दादी जी सारियां गल्लां बातां सुणदी पई है। पर वो दादी देखो, दादी दा जीवन देखो, ਜਿਹੜੀ ਇੰਨੇ दुख की घड़ी दे विच भी अपने पोतरियां नूं गुरु दीयां कथा कहानियां सुना रही है। केवल असी इन्हां दिनां विच ही ना साहिबजादियां नूं याद करिए, सारी उम्र पूरा साल साहिबजादियां नूं याद करिए। ऐ अज दी दादी माँ तू सारा साल उस दादी दे जीवन नूं देख, अपने बच्चियां नूं अपनियां बच्चियां नूं गुरु दीयां कथा कहानियां सुना। वो दादी माँ का जीवन वो अपने पोतरियां नूं कदे पंचम पातशाह जी की शहादत का इतिहास दसदी है, कदे उन्हां साहिबजादियां नूं दसदी है कि तुहाडे दादे ने धन गुरु तेग बहादुर सच्चे पातशाह जी ने किवें शहादत दी सी। कदे भाई मती दास, भाई सती दास, भाई दयाला जी का इतिहास दसदी है कि पुत्रो उन्होंने अपना धर्म नहीं छड्डिया सी, सिੱਖੀ नूं नहीं छड्डिया सी, तुसीं सिੱਖੀ ना छड्ड दिओ। 3 दिन की कचहरी लगती है तो जालम भी इस उन्होंने भी तरीके अपनाए। जदों कचहरी विच पेश करने लई लिआउंदे सन ना, तो उन्होंने एक पासे मठियाइयां दियां दुकानां रेहड़ियां लाइयां, भी बच्चे ने हो सकता मठियाइयां वेख के इन्हां दा मन इधर हो जाए, खिडौणियां दियां दुकानां लाइयां, ते अगां किसी की दुकान लगी हुई सी शास्त्रां दी। वो वेखो उन साहिबजादियां दा उन्हां दा जीवन, गुरु साहिब जी दे पुत्तर सन, ना उन्हां मठियाइयां वल गए ना खिडौणियां वल गए, जाके उन्होंने शास्त्र चुक लए। अज सानू लोड़ है असीं भी अपने बच्चों को सिੱਖੀ नाल जोड़िए, गतके नाल जोड़िए। अपने बच्चों को जिथे आपां चंगी उच्ची विद्या दे रहे हैं ना, गुरमत की भी विद्या दईए। जेकर गुरमत की विद्या साडे बच्चों में होवेगी, साडे बच्चों में धर्म होवेगा, इंसानियत होवेगी। 3 दिन की कचहरी जदों सूबे नाल विचार हुंदी है ना, सूबे नूं जाके भी जाके ये गल आखदे ने, एक बार सूबा भी ठंडा पै जाता। वजीर खान ना वो भी साहिबजादियां दी विचार सुन के चुप कर जाता। जदों साहिबजादियां नूं विचार हुई ना कि तुसीं धर्म छड्ड दवो, साहिबजादे कहंदे तेरी कुरान मजीद विच कित्थे लिखिया है कि किसी दे धर्म नूं धक्के नाल तब्दील करना। जेकर तेरी कुरान विच लिखिया है तो दस। एक बार वजीर खां भी ठंडा पै गया। कोले खड़े जदों उस पापी मनुख ने, जिन्हों इतिहास विच आपां सुच्चा नंद कहने, असल च सुच्चा नंद नहीं सी, वो सुच्चे नंद ने जदों देखिया ना कि वजीर खां भी ठंडा पै गया, तो उन्हें फिर उसे उंगल लाई, उन्हें अग लाई, कहन लगा कि इस बच्चों नूं ना छड्डो, इन्हां दे पिता नूं आपां फड़ना सी, उहदा बदला आपां इन्हां बच्चों तो ले लईए।
ਮਰੇਲਕੋਟਲੇ ਵਾਲੇ ਨਵਾਬ ਉਹ ਵੀ ਬੈਠੇ ਸਨ। ਉਹਨਾਂ ਨੂੰ ਕਹਿਣ ਲੱਗੇ, ਇਹਨਾਂ ਤੁਹਾਡਾ ਪਿਤਾ ਉੱਥੇ ਸ਼ਹੀਦ ਹੋਇਆ ਜੰਗ ਦੇ ਵਿੱਚ, ਉਹਨੂੰ ਮਾਰਿਆ ਤੇ ਉਸ ਦਾ ਬਦਲਾ ਇਹਨਾਂ ਦੇ ਬੱਚਿਆਂ ਤੋਂ ਲੈ ਲਓ। ਸਾਹਿਬਜ਼ਾਦੇ ਕਹਿਣ ਲੱਗੇ, ਇਹਨਾਂ ਦੇ ਭਰਾ ਦੀ ਸ਼ਹਾਦਤ, ਇਹਨਾਂ ਦੇ ਪਿਤਾ ਦੀ ਸ਼ਹਾਦਤ ਨੂੰ ਤੁਸੀਂ ਮੌਤ ਨਾ ਆਖੋ, ਉਹ ਜੰਗ ਦੇ ਵਿੱਚ ਲੜ ਕੇ ਮਰਿਆ ਹੈ। ਉਹਦੀ ਸ਼ਹਾਦਤ ਨੂੰ ਤੁਸੀਂ ਇਸ ਤਰੀਕੇ ਨਾਲ ਉਹਦਾ ਅਪਮਾਨ ਨਾ ਕਰੋ। ਉਹਦੀ ਸ਼ਹਾਦਤ ਹੋਈ ਹੈ, ਉਹ ਕੋਈ ਮਰਿਆ ਨਹੀਂ। ਤੇ ਸਾਰੀ ਵਿਚਾਰ ਸੁਣ ਕੇ ਉਹਨੇ ਵੀ ਇਹ ਗੱਲ ਕਹਿ ਦਿੱਤੀ, ਬਦਲਾ ਹੀ ਲੈਣਾ ਹੋਗਾ तो लेंगे इनके बाप से, खुदा महफूज रखे हमें ऐसे पाप से। ਕਹਿਣ ਲੱਗਾ ਨਵਾਬ ਵਜ਼ੀਰ ਖਾਂ ਨੂੰ, ਹੈ ਵਜ਼ੀਰ ਖਾਂ, ਜੇ ਅਸੀਂ ਬਦਲਾ ਲੈਣਾ ਵੀ ਹੋਇਆ ਨਾ ਗੁਰੂ ਗੋਬਿੰਦ ਸਿੰਘ ਤੋਂ ਲਵਾਂਗੇ, ਇਹਨਾਂ ਬੱਚਿਆਂ ਤੋਂ ਅਸੀਂ ਬਦਲਾ ਨਹੀਂ ਲੈਂਦੇ। ਕੁਰਾਨ ਦੇ ਵਿੱਚ ਕਿਤੇ ਲਿਖਿਆ ਨਹੀਂ। ਤੇ ਖੁਦਾ ਮੈਨੂੰ ਇਸ ਪਾਪ ਤੋਂ ਬਚਾ ਕੇ ਰੱਖੇ। ਹੈ ਉਹ ਵੀ ਮੁਸਲਮਾਨ, ਸਾਹਮਣੇ ਤਖਤ ਤੇ ਬੈਠਣ ਵਾਲਾ ਵੀ ਮੁਸਲਮਾਨ ਹੈ ਉਹ ਵੀ ਕੁਰਾਨ ਮਜੀਦ ਨੂੰ ਮੰਨਣ ਵਾਲਾ, ਉਹ ਵੀ ਕੁਰਾਨ ਮਜੀਦ ਨੂੰ। ਪਰ ਮਰੇਲਕੋਟਲੇ ਵਾਲਾ ਉਹ ਜਿਹੜਾ ਨਵਾਬ ਸੀ, ਉਹ ਕਹਿਣ ਲੱਗਾ ਕਿ ਸਾਡੀ ਕੁਰਾਨ ਮਜੀਦ ਕਿਸੇ ਬੱਚੇ ਤੇ ਜ਼ੁਲਮ ਕਰਨ ਬਾਰੇ ਨਹੀਂ ਕਹਿੰਦੀ, ਪਰ ਜਿਹੜੇ ਮਨੁੱਖ ਦਾ ਧਰਮ ਹੀ ਬੱਚਿਆਂ ਤੇ ਜ਼ੁਲਮ ਕਰਨ ਤੋਂ ਰੋਕਦਾ ਹੋਵੇ, ਉਸੇ ਧਰਮ ਦੇ ਮਨੁੱਖ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਰਦੇ ਨੇ, ਆਪਣੇ ਧਰਮ ਨੂੰ ਭੁਲਾ ਦਿੰਦੇ ਨੇ। ਅਖੀਰ ਜਦੋਂ ਸਾਰੀ ਗੱਲਬਾਤ ਹੋਈ, ਸਾਹਿਬਜ਼ਾਦਿਆਂ ਨੂੰ ਕਹਿਣ ਲੱਗੇ ਵੀ ਮੰਨ ਲਓ ਤੁਹਾਨੂੰ ਛੱਡ ਦਈਏ, ਕੀ ਕਰੋਗੇ? ਸਾਹਿਬਜ਼ਾਦੇ ਕਹਿਣ ਲੱਗੇ, ਜੰਗਲ ਵਿੱਚ ਜਾਵਾਂਗੇ, ਸਿੰਘ ਇਕੱਠੇ ਕਰਾਂਗੇ ਤੇ ਤੁਹਾਡੇ ਨਾਲ ਆ ਕੇ ਫੇਰ ਲੜਾਂਗੇ। ਸੁੱਚਾ ਨੰਦ ਨੇ ਫੇਰ ਸਵਾਲ ਕੀਤਾ, ਕਹਿੰਦਾ ਜੇ ਅਸੀਂ ਤੁਹਾਨੂੰ ਫੇਰ ਫੜ ਲਿਆ ਤੇ ਜੇ ਫੇਰ ਫੜ ਲਿਆ, ਫੇਰ ਕਹਿੰਦੇ ਅਸੀਂ ਫਿਰ ਤੁਹਾਡੇ ਕੋਲੋਂ ਛੁੱਟ ਜਾਵਾਂਗੇ, ਫਿਰ ਜੰਗਲ ਵਿੱਚ ਜਾਵਾਂਗੇ, ਫਿਰ ਸਿੰਘ ਇਕੱਠੇ ਕਰਾਂਗੇ, ਫਿਰ ਤੁਹਾਡੇ ਨਾਲ ਆ ਕੇ ਜਾ ਕੇ ਜੰਗ ਲੜਾਂਗੇ। ਭਾਵ ਕਹਿਣ ਲੱਗੇ ਸਾਹਿਬਜ਼ਾਦੇ, ਅਸੀਂ ਤੁਹਾਡੇ ਨਾਲ ਉਦੋਂ ਤੱਕ ਜੰਗ ਲੜਾਂਗੇ ਜਦੋਂ ਤੱਕ ਇਸ ਜ਼ਾਲਮ ਦੀ ਜੜ ਨਹੀਂ ਪੱਟੀ ਜਾਂਦੀ, ਜਦੋਂ ਤੱਕ ਇਹ ਜਿਹੜਾ ਜ਼ੁਲਮ ਹੈ ਇਹ ਖਤਮ ਨਹੀਂ ਹੋ ਜਾਂਦਾ, ਅਸੀਂ ਉਦੋਂ ਤੱਕ ਤੁਹਾਡੇ ਨਾਲ ਲੜਾਂਗੇ। ਸਾਹਿਬਜ਼ਾਦਿਆਂ ਨੂੰ ਇਹ ਗੱਲ ਸੁਣ ਕੇ ਸੁੱਚਾ ਨੰਦ ਕਹਿਣ ਲੱਗਾ, ਵਜ਼ੀਰ ਖਾਂ ਨੂੰ ਵੇਖ ਲਓ, ਆ ਜਿਨ੍ਹਾਂ ਨੂੰ ਤੁਸੀਂ ਛੱਡਣ ਦੀ ਗੱਲ ਕਰਦੇ ਹੋ, ਆ ਵੇਖ ਲਓ, ਇਹਨਾਂ ਦੇ ਵਿਚਾਰ ਸੁਣੋ, ਇਹਨਾਂ ਦੇ ਲਫ਼ਜ਼ ਸੁਣੋ, ਇਹ ਤੇ ਹਕੂਮਤ ਦੇ ਬਾਗੀ ਨੇ, ਇਹਨਾਂ ਨੂੰ ਤੁਸੀਂ ਛੱਡੋਗੇ। ਜਦੋਂ ਫਿਰ ਉਹਨੇ ਅੱਗ ਲਾਉਣ ਦਾ ਯਤਨ ਕੀਤਾ ਤੇ ਕੋਲੇ ਹੀ ਬੈਠੇ ਕਾਜੀ ਨੇ, ਕਾਜੀ ਉਹ ਬੰਦੇ ਹੁੰਦੇ ਨੇ ਜਿਹੜੇ ਧਰਮ ਦੇ ਸਾਰਾ, ਜਿਨ੍ਹਾਂ ਨੂੰ ਧਰਮ ਦਾ ਗਿਆਨ ਹੈ, ਤੇ ਉਹਨਾਂ ਨੇ ਰਾਜੇ ਨੂੰ ਦੱਸਣਾ ਹੁੰਦਾ ਸੀ ਕਿ ਇਹ ਰਾਜਨ, ਜਿਹੜਾ ਤੁਸੀਂ ਨਿਆਂ ਕਰਦੇ ਹੋ ਜਾਂ ਜੋ ਕੰਮ ਕਰਨਾ ਹੈ, ਇਹ ਕੁਰਾਨ ਮਜੀਦ ਦੇ ਅਨੁਸਾਰ ਸਹੀ ਹੈ ਜਾਂ ਗਲਤ। ਕਾਜੀ ਨੇ ਰਾਜੇ ਨੂੰ ਚਲਾਉਣਾ ਸੀ ਵੀ ਧਰਮ ਦੇ ਮੁਤਾਬਕ ਆ ਕੰਮ ਤੇਰਾ ਸਹੀ ਹੈ ਜਾਂ ਗਲਤ ਹੈ, ਪਰ ਉਹ ਕਾਜੀ ਹੀ ਰਾਜੇ ਨੂੰ ਕਹਿ ਰਿਹਾ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ 'ਚ ਚਿਣ ਦਿਓ, ਹਾਲਾਂਕਿ ਕੁਰਾਨ ਇਸ ਗੱਲ ਨੂੰ ਮੰਨਦੀ ਨਹੀਂ। ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਣ ਲੱਗਾ, 13 ਪੋਹ ਦਾ ਦਿਨ ਹੈ, ਉਸ ਤੋਂ ਪਹਿਲਾਂ ਕਚਹਿਰੀਆਂ ਦੇ ਵਿੱਚ ਜਦੋਂ ਲਿਆਂਦਾ ਜਾਂਦਾ ਸੀ ਨਾ, ਡਰਾਇਆ ਜਾਂਦਾ ਸੀ, ਧਮਕਾਇਆ ਜਾਂਦਾ ਸੀ, ਲਾਲਚ ਦਿੱਤੇ ਜਾਂਦੇ ਸੀ, ਪਿੱਪਲ ਦੇ ਨਾਲ ਬੰਨ੍ਹ ਕੇ ਸ਼ਮਕਾਂ ਮਾਰੀਆਂ ਗਈਆਂ ਸਾਹਿਬਜ਼ਾਦਿਆਂ ਨੂੰ, ਹੱਥ ਪਿੱਛੇ ਬੰਨ੍ਹ ਕੇ ਸ਼ਮਕਾਂ ਮਾਰੀਆਂ ਗਈਆਂ, ਉਂਗਲਾਂ ਦੇ ਵਿੱਚ ਰੱਖ ਕੇ ਪੋਟਿਆਂ ਤੇ ਸੇਕ ਲਾਇਆ ਗਿਆ। ਨਿੱਕੀ ਨਿੱਕੀ ਉਮਰ, 7 ਸਾਲ 9 ਸਾਲ, ਆਪਾਂ ਘਰਾਂ ਵਿੱਚ ਆਪਣੇ ਬੱਚੇ ਵੇਖਦੇ ਆ ਨਾ, ਜਾਂ ਆਂਢ ਗੁਆਂਢ, ਇਹ ਕਿਤੇ ਉਮਰ ਕਿੰਨੀ ਕੁ ਹੈ। ਪੋਟਿਆਂ ਦੇ ਉੱਪਰ ਸੇਕ ਲਾਇਆ ਗਿਆ ਕਿ ਸਿੱਖੀ ਨੂੰ ਛੱਡ ਦੇਣਾ। ਦੋਨੋਂ ਹੱਥ ਜੁੜਦੇ ਹੈ, ਕੈਸੀ ਉਮਰ ਹੈ, ਕਿੰਨੇ ਤਸੀਹੇ ਦਿੱਤੇ ਨੇ, ਪਰ ਸਾਹਿਬਜ਼ਾਦਿਆਂ ਨੇ ਇੱਕ ਵਾਰ ਵੀ ਨਹੀਂ ਆਖਿਆ ਅਸੀਂ ਸਿੱਖੀ ਛੱਡਦੇ ਹਾਂ। ਸਾਡੇ ਤੇ ਅੱਜ ਕਿਹੜੀ ਕਿਰਪਾਨ ਧਰੀ ਹੈ, ਸਾਡੇ ਅੱਜ ਕੌਣ ਪੋਟਿਆਂ ਨੂੰ ਅੱਗ ਲਾਉਂਦਾ ਹੈ, ਸਾਨੂੰ ਅੱਜ ਕੌਣ ਪਿੱਪਲ ਨਾਲ ਬੰਨ੍ਹ ਕੇ ਸ਼ਮਕਾਂ ਮਾਰਦਾ ਹੈ, ਅਸੀਂ ਫਿਰ ਵੀ ਸਿੱਖੀ ਛੱਡੀ ਬੈਠੇ ਹਾਂ। ਸਾਹਿਬਜ਼ਾਦੇ ਕਹਿਣ ਲੱਗੇ ਅਸੀਂ ਸਿੱਖੀ ਨਹੀਂ ਛੱਡਣੀ, ਸਾਨੂੰ ਸ਼ਹਾਦਤ ਪ੍ਰਵਾਨ ਹੈ,
ਜ਼ਾਲਮਾਂ ਨੇ ਸਭ ਜਦੋਂ ਹੀਲੇ ਕਰਕੇ ਵੇਖ ਲਏ ਤੇ ਅਖੀਰ ਕਹਿ ਦਿੱਤਾ ਕਿ ਸ਼ਾਸਲ ਬੇਗ ਬਾਸ਼ਲ ਬੇਗ ਨੂੰ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿਓ। ਨੀਹਾਂ ਵਿੱਚ ਚਿਣਿਆ ਗਿਆ। ਜਦੋਂ ਜਿਹੜੀ ਕੰਧ ਸੀ ਨਾ ਛਾਤੀ ਤੱਕ ਆ ਗਈ ਤੇ ਕੰਧ ਡਿੱਗ ਗਈ, ਸਾਹਿਬਜ਼ਾਦੇ ਬੇਹੋਸ਼ ਹੋ ਗਏ। ਤੇ ਜਦੋਂ ਵੇਖਿਆ ਕਿ ਨਬਜ਼ ਚੱਲਦੀ ਹੈ ਪਰ ਬੇਹੋਸ਼ ਨੇ, ਤੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਨੂੰ ਕਹਿਣ ਲੱਗੇ ਤੇਜ਼ ਧਾਰ ਹਥਿਆਰ ਦੇ ਨਾਲ ਇਹਨਾਂ ਦੀਆਂ ਸਾਹ ਰਗਾਂ ਕੱਟ ਦਿਓ, ਭਾਵ ਇੱਥੋਂ ਗਲ ਤੋਂ ਗਲ ਕੱਟ ਦਿਓ ਇਹਨਾਂ ਦੀ। ਸ਼ਾਸਲ ਬੇਗ ਤੇ ਬਾਸ਼ਲ ਬੇਗ ਨੇ, ਜਿਸ ਨੂੰ ਸਮਾਣੇ ਦੇ ਸਾਰੇ ਲੋਕਾਂ ਨੇ ਕਹਿ ਦਿੱਤਾ ਸੀ ਨਾ, ਸਾਰੇ ਜਿੰਨੇ ਜਲਾਦ ਸਨ ਕਿ ਅਸੀਂ ਇਹ ਪਾਪ ਨਹੀਂ ਕਰ ਸਕਦੇ। ਸ਼ਾਸਲ ਬੇਗ ਤੇ ਬਾਸ਼ਲ ਬੇਗ ਉਹ ਪਾਪੀ ਸਨ ਜਿਹੜੇ ਕਹਿੰਦੇ ਅਸੀਂ ਇਹ ਕਰਾਂਗੇ, ਸਾਡਾ ਕੇਸ ਮਾਫ ਕਰੋ। ਬਾਬਾ ਜੋਰਾਵਰ ਸਿੰਘ ਉਹਨਾਂ ਨੂੰ ਲੰਮੇ ਪਿਆਂ ਨੂੰ ਉਹਨਾਂ ਦੇ ਟੂਈ ਦੇ ਉੱਪਰ ਗੋਡਾ ਰੱਖ ਕੇ ਸੀਸ ਨੂੰ ਚੱਕ ਕੇ ਤੇ ਉਹਨਾਂ ਦੇ ਗਲ ਦੇ ਉੱਪਰ ਤੇਜ਼ ਧਾਰ ਹਥਿਆਰ ਫੇਰ ਦਿੱਤਾ ਗਿਆ। ਖੰਜਰ ਦੇ ਨਾਲ ਸਾਹ ਰਾਹ ਕੱਟ ਦਿੱਤੀ ਗਈ। ਇਤਿਹਾਸ ਵਿੱਚ ਜ਼ਿਕਰ ਹੈ ਬਾਬਾ ਜੋਰਾਵਰ ਸਿੰਘ ਜੀ ਦੀ ਜਦੋਂ ਸਾਹ ਰਾਹ ਕੱਟੀ ਨਾ ਤੇ ਉਹਨਾਂ ਦੀ ਸ਼ਹਾਦਤ ਉਦੋਂ ਹੀ ਹੋ ਗਈ, ਉਸੇ ਵਕਤ ਹੀ ਹੋ ਗਈ। ਤੇ ਜਦੋਂ ਬਾਬਾ ਫਤਿਹ ਸਾਹਿਬ ਜੀ ਉਹਨਾਂ ਦੀ ਜਦੋਂ ਸਾਹ ਰਾਹ ਗਲ ਕੱਟਿਆ, ਉਹ ਇੱਕ ਘੜੀ 12 ਮਿੰਟ ਤੜਫਦੇ ਰਹੇ। ਐਸਾ ਉਹਨਾਂ ਦਾ ਜੀਵਨ, ਸ਼ਹਾਦਤ ਹੋਈ, 12 ਮਿੰਟ ਤੜਫ ਕੇ ਆਪਣੀ ਜਾਨ ਦੇ ਦਿੱਤੀ ਪਰ ਸਿੱਖੀ ਨੂੰ ਨਹੀਂ ਛੱਡਿਆ। ਐ ਗੁਰੂ ਦਿਓ ਸਿੱਖੋ, ਦੋਨੋਂ ਹੱਥ ਜੋੜ ਕੇ ਬੇਨਤੀ ਹੈ, ਇੰਨੀਆਂ ਸ਼ਹਾਦਤਾਂ ਹੋਈਆਂ ਪਰ ਸਿੱਖੀ ਨਹੀਂ ਛੱਡੀ। ਅਸੀਂ ਸਿੱਖੀ ਨੂੰ ਸੰਭਾਲੀਏ, ਆਪ ਸੰਭਾਲੀਏ, ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਤੋਰੀਏ। ਅੱਜ ਸਾਨੂੰ ਸ਼ਹਾਦਤਾਂ ਕਰਨ ਦੀ ਲੋੜ ਨਹੀਂ ਹੈ। ਅੱਜ ਸਾਡੇ ਤੇ ਕੋਈ ਜ਼ੁਲਮ ਕੋਈ ਕਰਨ ਵਾਲਾ ਪਾਪੀ ਵੀ ਨਹੀਂ ਹੈ। ਅੱਜ ਕੋਈ ਸਾਨੂੰ ਕੇਸ ਰੱਖਣ ਤੋਂ ਕੋਈ ਰੋਕਣ ਵਾਲਾ ਨਹੀਂ, ਕੋਈ ਸਾਨੂੰ ਅੰਮ੍ਰਿਤ ਛਕਣ ਤੋਂ ਰੋਕਣ ਵਾਲਾ ਨਹੀਂ। ਇਹਨਾਂ ਦਿਨਾਂ ਦੇ ਵਿੱਚ ਆਪਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਸ਼ਹਾਦਤਾਂ ਨੂੰ ਯਾਦ ਕਰਦੇ ਹਾਂ। ਸ਼ਹਾਦਤਾਂ ਨੂੰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਵਿਚਾਰ ਕੀਤਾ ਸੀ ਸ਼ੁਰੂ ਤੋਂ ਹੀ। ਇਤਿਹਾਸ ਨੇ ਇਤਿਹਾਸ ਹੀ ਰਹਿਣਾ ਹੈ, ਇਤਿਹਾਸ ਕਦੇ ਨਹੀਂ ਬਦਲੇਗਾ। ਸਾਹਿਬਜ਼ਾਦਿਆਂ ਦਾ ਇਤਿਹਾਸ, ਗੁਰੂ ਸਾਹਿਬਾਨਾਂ ਦਾ ਇਤਿਹਾਸ ਅੱਜ ਤੋਂ 100 200 500 ਸਾਲ ਵੀ ਪਹਿਲਾਂ ਉਹ ਸੀ, ਆਉਣ ਵਾਲੇ ਸਮੇਂ ਵਿੱਚ ਵੀ ਉਹ ਰਹੇਗਾ। 500 ਸਾਲ ਪਹਿਲਾਂ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ, ਭਾਵ ਇਤਿਹਾਸ ਇਤਿਹਾਸ ਹੀ ਰਹੇਗਾ। ਇਤਿਹਾਸ ਨੇ ਬਦਲਣਾ ਨਹੀਂ। ਇਤਿਹਾਸ ਇੱਕ ਉਹ ਸ਼ੀਸ਼ਾ ਹੈ ਜਿਸ ਦੇ ਵਿੱਚ ਅਸੀਂ ਆਪਣੀ ਤਸਵੀਰ ਵੇਖ ਕੇ ਆਪਣੇ ਆਪ ਨੂੰ ਬਦਲਣਾ ਹੈ। ਸੋ ਸਾਡੇ ਇਹ ਮਹਾਨ ਦਿਨ ਸਮਾਗਮ ਸ਼ਹੀਦਾਂ ਨੂੰ ਯਾਦ ਕਰਨ ਦਾ ਤਾਂ ਹੀ ਫਾਇਦਾ ਹੋਵੇਗਾ ਜੇਕਰ ਅਸੀਂ ਇਸ ਪਾਵਨ ਇਤਿਹਾਸ ਨੂੰ ਵੇਖ ਕੇ, ਇਤਿਹਾਸ ਨੂੰ ਪੜ੍ਹ ਸੁਣ ਕੇ ਆਪਣੇ ਆਪ ਨੂੰ ਬਦਲ ਲਈਏ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਣ ਕੀਤਾ ਸੀ ਜਦੋਂ ਸ਼ਹਾਦਤਾਂ ਹੋਈਆਂ ਸਨ ਨਾ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਗਈਆਂ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਔਰੰਗੇ ਨੂੰ ਚਿੱਠੀ ਲਿਖੀ ਸੀ ਨਾ, ਤੇ ਇਹ ਗੱਲ ਆਖੀ ਸੀ, ਔਰੰਗਿਆ ਕੀ ਹੋਇਆ ਜੇ ਤੂੰ ਮੇਰੇ 4 ਪੁੱਤਰਾਂ ਨੂੰ ਮਾਰ ਦਿੱਤਾ, ਕੁਰਬਾਨ, ਮੇਰੇ 4 ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ, ਪਰ ਅਜੇ ਮੇਰਾ ਕੁੰਡਲੀਆ ਪੁੱਤ ਸਿੱਖ ਜਿਹੜਾ ਹੈ ਨਾ ਉਹ ਜਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਆਸ ਸੀ, ਇਹ ਆਸ ਹੈ ਵੀ ਮੇਰੇ 4 ਪੁੱਤ। ਆਪਾਂ ਕਹਿੰਦੇ ਆ ਨਾ ਵੀ ਕੀ ਹੋ ਗਿਆ ਯਾਰ ਜੇ ਆਹ ਚੀਜ਼ ਗਈ, ਆਪਣੇ ਕੋਲੇ ਆਹ ਚੀਜ਼ ਤਾਂ ਹੈ ਨਾ, ਆਪਾਂ ਨੂੰ ਉਹਦੀ ਉਮੀਦ ਹੁੰਦੀ ਹੈ ਵੀ ਆਹ ਤਾਂ ਹੈ ਨਾ, ਉਹਦਾ ਆਸਰਾ ਹੁੰਦਾ ਬੰਦੇ ਨੂੰ ਵੀ ਇਹਦਾ ਆਸਰਾ ਯਾਰ ਜੇ ਉਹ ਗਈ ਤਾਂ ਗਈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਸਾਡੇ ਤੇ ਇੱਕ ਉਮੀਦ ਪ੍ਰਗਟ ਕੀਤੀ ਸੀ। ਕੀ ਹੋਇਆ ਜੇ ਮੇਰੇ 4 ਪੁੱਤ ਕੁਰਬਾਨ ਕਰ ਦਿੱਤੇ, 4 ਪੁੱਤ ਸ਼ਹੀਦ ਹੋ ਗਏ, ਮੇਰਾ ਖਾਲਸਾ ਅਜੇ ਕੁੰਡਲੀਆ ਸੱਪ ਬਾਕੀ ਹੈ। ਭਾਵ ਤੇਰੇ ਜ਼ੁਲਮ ਦੀ ਟੱਕਰ ਲੈਣ ਦੇ ਲਈ ਉਹ ਸਾਡੇ ਲਈ, ਸਾਡੇ ਵਾਲੀ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਸੀ।
ਕਦੇ ਗੁਰੂ ਸਾਹਿਬ ਸਾਨੂੰ ਪੁੱਤ ਕਹਿੰਦੇ ਨੇ, ਕਿੰਨਾ ਕੁਛ ਗੁਰੂ ਸਾਹਿਬ ਕਹਿੰਦੇ ਨੇ, ਪਰ ਭਾਗਾਂ ਵਾਲਿਓ ਅਸੀਂ ਫਿਰ ਕਿਤੇ ਨਾ ਕਿਤੇ ਗੁਰੂ ਦੇ ਉਪਦੇਸ਼ ਤੋਂ ਲਾਂਭੇ ਚਲੇ ਜਾਂਦੇ ਹਾਂ, ਗੁਰੂ ਦੇ ਉਪਦੇਸ਼ ਤੋਂ ਮੁਨਕਰ ਹੋ ਜਾਂਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਹ ਅਰਦਾਸ ਬੇਨਤੀ ਕਰਿਆ ਕਰੀਏ, ਸੱਚੇ ਪਾਤਸ਼ਾਹ ਜੀ ਜਿੱਥੇ ਤੁਸੀਂ ਸਾਨੂੰ ਦੁਨਿਆਵੀ ਵਸਤੂਆਂ ਬਖਸ਼ਿਸ਼ ਕਰ ਰਹੇ ਹੋ, ਧਨ ਪਦਾਰਥ ਬਖਸ਼ਿਸ਼ ਕਰ ਰਹੇ ਹੋ, ਸਾਡੇ ਘਰਾਂ ਵਿੱਚ ਗੁਰਸਿੱਖੀ ਦੀ ਵੀ ਦਾਤ ਬਖਸ਼ੋ। ਸਾਡੇ ਘਰਾਂ ਦੇ ਵਿੱਚ ਬਾਣੀ ਪੜ੍ਹਨ ਦੀ, ਬਾਣੀ ਸੁਣਨ ਦੀ ਵੀ ਦਾਤ ਬਖਸ਼ੋ। ਸਾਡੇ ਘਰਾਂ ਦੇ ਵਿੱਚ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਆਪਾਂ ਇਹ ਚੀਜ਼ਾਂ ਵੀ ਮੰਗਿਆ ਕਰੀਏ। ਸੋ ਗੁਰੂ ਸਾਹਿਬ ਕਿਰਪਾ ਕਰਨ, ਰਹਿਮਤ ਕਰਨ। ਜੋ ਆਪਾਂ ਪਾਵਨ ਇਤਿਹਾਸ ਸਰਵਣ ਕੀਤਾ ਹੈ, ਪਾਵਨ ਇਤਿਹਾਸ ਦੇ ਵਿੱਚੋਂ ਇਤਿਹਾਸ ਦੇ ਸਾਰੇ ਹੀ ਪੱਖ ਚੰਗੇ ਨੇ। ਸਾਡੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਤਬਦੀਲੀ ਆ ਜਾਵੇ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਗੁਰਸਿੱਖੀ ਜੀਵਨ ਦਾਨ, ਗੁਰਮਤਿ ਦੀ ਸੋਝੀ ਬਖਸ਼ਿਸ਼ ਕਰ ਦੇਣ। ਸਾਡੇ ਅੰਦਰ ਵੀ ਸਾਹਿਬਜ਼ਾਦਿਆਂ ਵਾਲਾ ਜਜ਼ਬਾ ਆ ਜਾਵੇ। ਸਾਡੀ ਵੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭ ਜਾਵੇ। ਸਾਨੂੰ ਵੀ ਗੁਰੂ ਸਾਹਿਬ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਸੋ ਸਾਰਿਆਂ ਦਾ ਧੰਨਵਾਦ। ਹਰ ਸਾਲ ਦੀ ਤਰ੍ਹਾਂ ਭਾਈ ਅਮਰੀਕ ਸਿੰਘ ਜੀ ਜੋ ਸ਼੍ਰੀ ਸਹਿਜ ਪਾਠ ਜੀ ਦੀ ਸੇਵਾ ਕਰਦੇ ਨੇ, ਇਸ ਮਹਾਨ ਸ਼ਹੀਦ ਜਰਨੈਲ ਯੋਧਿਆਂ ਦੀ ਯਾਦ ਵਿੱਚ ਸਮੁੱਚੇ ਪਰਿਵਾਰ ਦਾ ਧੰਨਵਾਦ। ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬਾਨ ਭਾਈ ਸੁੱਖਾ ਸਿੰਘ ਜੀ, ਤਿੰਨਾਂ ਦਾ ਧੰਨਵਾਦ। ਵਿਸ਼ੇਸ਼ ਵੱਡਾ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਆਪ ਜੀ ਦੇ ਨਾਲ ਪਾਵਨ ਵਿਚਾਰਾਂ ਸਾਂਝੀਆਂ ਕਰ ਸਕਿਆ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਗੁਰੂ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਨਾਮ ਸਤਿਗੁਰੂ ਨੇ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ। ਮਨ ਵਜਵੇ ਵਧਾਈਆ ਰਾਗ ਰਤਨ ਪਰਵਾਰ। ਪਰਮੇ ਸ਼ਬਦ ਗਾਵਨ ਆਈਆ, ਸ਼ਬਦੋ ਤਗਾਵੋ ਹਰਿ ਕੇਰਾ। ਮਨ ਜਿਨੇ ਵਸਾਇਆ ਕਹ ਨਾਨਕ ਆਨੰਦ ਹੋਆ। ਸਤਿਗੁਰੂ ਨੇ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਿ ਨਾਲੇ। ਹਮਾਲ ਰਹੋ ਤੂੰ ਮਨ ਮੇਰੇ, ਦੁਖ ਸਭੇ ਵਿਸਾਰਨਾ। ਅੰਗੀਕਾਰ ਕਰੋ ਤੇਰਾ ਕਾਰਜ, ਸਭ ਸਵਾਰਨਾ। ਸਭਨਾ ਗੱਲਾਂ ਸਮਰਤ ਸੁਆਮੀ, ਸੋ ਕੋ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ